केत पादय परम पुलानिया दूजा लगा हेत लख शिंगार बनाया कारज नहीं केत जित दिन देह दिन ससी तित वेला कहसन प्रेत पकड़ चुलायन दूत जामा किसा न देनी पेत छड़ खड़ोते खिन माहे जिन स्यों लगा हेत हाथ मरोड़ा तन कपे श्याहु होआ सेत जिहा बीजा सो लुणा कर्मा संदड़ा खेत नानक प्रभ शरणागति चरण बोहित प्रभ देत से पादय नरक न पाइय गुर रखण वाला हेत से पादय नरक न पाइय गुर रखण वाला हेत वाहिगुरु जी का खालसा वाहिगुरु जी की फतेह। परम सत्कारजो गुरु रूप गुरु की प्यारी साध संगत जीओ, इस पावन शब्द दी विचार आप जी नूं श्रवण करवा रहे ने सिख कौम दे महान विद्वान सत्कारजोग सिंह साहिब ज्ञानी रंजीत सिंह जी इस पावन अस्थान गुरुद्वारा श्री बंगला साहिब जी दे हैड ग्रंथी साहिबान सरबत संगतां बड़े प्यार सत्कार नाल बैठ के श्रवण करो जी। वाहिगुरु जी का खालसा वाहिगुरु जी की फतेह। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद बेशुमार अथा अगणत अतुल ज्यों बुलावो त्यों नानक दास बोले। गुरु सवारे खालसा जी वाहिगुरु जी का खालसा वाहिगुरु जी की फतेह। आप जी वडभागे हो, तमता दे पात्र हो जो 8वें पातशाह बाला प्रीतम सतगुरु जिस डिठे सब दुख जाए इन्हां अजमतां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान
ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਵਿਚਾਰ ਦਾ, ਜਿੱਥੇ ਆਪਾਂ ਰੋਜ਼ ਸਤਿਗੁਰੂ ਜੀ ਦੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹਾਂ। ਉੱਥੇ ਅੱਜ ਜੋ ਭਾਦਰੋਂ ਦਾ ਮਹੀਨਾ ਆਰੰਭ ਹੋਇਆ ਹੈ, ਇਸ ਮਹੀਨੇ ਦੇ ਪਰਥਾਏ ਜੋ ਉਪਦੇਸ਼ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸਤਿਗੁਰੂ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਉਪਦੇਸ਼ ਮਾਝ ਰਾਗ ਵਿੱਚ 12 ਮਾਹਾ ਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਹੈ, ਉਸ ਨੂੰ ਦ੍ਰਿੜ ਕਰੀਏ। ਸ਼ਬਦ ਦਾ ਮੂਲ ਪਾਠ ਗੁਰੂ ਕੇ ਵਜ਼ੀਰ ਭਾਈ ਮਾਨ ਸਿੰਘ ਜੀ ਹੋਰਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਮਨੁੱਖ ਦੇ ਜੀਵਨ ਦਾ ਪ੍ਰਯੋਜਨ ਪਰਮਾਤਮਾ ਦਾ ਮਿਲਾਪ ਹੈ। ਭਈ ਪ੍ਰਾਪਤ ਮਾਨਕ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੇ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਕੀ ਜਿਹੜੇ ਕੰਮ ਨੇ ਉਹ ਵਿਅਰਥ ਨੇ। ਕਿਉਂਕਿ ਸਤਿਗੁਰੂ ਜੀ ਦੀ ਜਦੋਂ ਬਾਣੀ ਪੜ੍ਹਾਂਗੇ ਫਿਰ ਸਾਨੂੰ ਸਤਿਗੁਰੂ ਦੀ ਵਡਿਆਈ ਸਮਝ ਆਉਂਦੀ ਹੈ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲਾਉਂਦਿਆਂ ਪਹਿਨਾਉਂਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਉਹ ਮਨੁੱਖ ਜਿਹੜਾ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੈ, ਉਸ ਮਨੁੱਖ ਦੇ ਜਿਹੜੇ ਕੁਝ ਨਿਯਮਤ ਸਮਾਜ ਨੇ ਕੰਮ ਨੀਅਤ ਕੀਤੇ ਨੇ, ਜਦੋਂ ਉਹਨਾਂ ਦੇ ਵਿੱਚ ਉਹ ਸਫਲ ਹੋ ਜਾਂਦਾ ਹੈ, ਬਾਕੀ ਗੱਲਾਂ ਉਹਦੀਆਂ ਸਾਰੀਆਂ ਜਿਹੜੀਆਂ ਨੇ ਉਹ ਪ੍ਰਵਾਨ ਕਰ ਲਈਆਂ ਜਾਂਦੀਆਂ ਨੇ। ਘਰ ਗ੍ਰਸਤੀ ਦੇ ਵਿੱਚ ਆਦਮੀ ਬੱਚਿਆਂ ਨੂੰ ਸਮਾਂ ਦੇ ਰਿਹਾ ਹੈ, ਪੜ੍ਹਾ ਰਿਹਾ ਹੈ, ਉਹਨਾਂ ਦੀ ਲੁੱਕ ਆਫਟਰ ਕਰ ਰਿਹਾ ਹੈ। ਘਰ ਅਰਦੰਗਣੀ ਹੈ, ਮਾਤਾ ਪਿਤਾ ਹੈ, ਭੈਣਾਂ ਭਰਾ ਨੇ, ਸਮਾਜ ਹੈ। ਜਦੋਂ ਉਹਨਾਂ ਦੇ ਵਿੱਚ ਉਹਦੀਆਂ ਜ਼ਿੰਮੇਵਾਰੀਆਂ ਠੀਕ ਨਿਭ ਰਹੀਆਂ ਨੇ ਤੇ ਉਸ ਤੋਂ ਇਲਾਵਾ ਉਹਦਾ ਕੋਈ ਸ਼ੁਗਲ ਹੈ ਕਿ ਉਹ ਕੁਝ ਸਮਾਂ ਜਾ ਕੇ ਪੰਚਾਇਤ ਵਿੱਚ ਵੀ ਬੈਠਦਾ ਹੈ, ਕੁਝ ਲੋਕਲ ਪੋਲਿਟਿਕਸ ਦੇ ਵਿੱਚ ਵੀ ਉਹ ਆਪਣਾ ਸਮਾਂ ਲਗਾ ਲੈਂਦਾ ਹੈ, ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਪਰ ਜੇ ਸਮਾਜ ਦੇ ਵੱਲੋਂ ਜਿਹੜੇ ਕੰਮ ਜਾਂ ਜਿਹੜੀਆਂ ਜ਼ਿੰਮੇਵਾਰੀਆਂ ਉਹਦੇ ਤੇ ਆਇਦ ਕੀਤੀਆਂ ਗਈਆਂ ਨੇ,
ਜਦੋਂ ਉਹਨਾਂ ਦੇ ਵਿੱਚ ਉਹ ਪੂਰਾ ਨਹੀਂ ਉਤਰਦਾ ਤੇ ਉਸ ਨੂੰ ਫਿਰ ਕਹਿ ਦਿੱਤਾ ਜਾਂਦਾ ਹੈ ਵੀ ਬਾਕੀ ਗੱਲਾਂ ਦਾ ਤੈਨੂੰ ਬੜਾ ਫਿਕਰ ਰਹਿੰਦਾ ਹੈ, ਵੀ ਉਧਰ ਤੇਰੀ ਬੜੀ ਤਵੱਜੋ ਰਹਿੰਦੀ ਹੈ, ਸਾਰਾ ਧਿਆਨ ਤੇ ਤੇਰਾ ਉਧਰ ਚਲਾ ਜਾਂਦਾ ਹੈ। ਸਤਿਗੁਰੂ ਦੀ ਬਾਣੀ ਨੂੰ ਪੜ੍ਹੋ ਤਾਂ ਸਤਿਗੁਰੂ ਸਮਝਾਉਂਦੇ ਨੇ ਕਿ ਤਿੰਨ ਕਾ ਖਾਧਾ ਪਹਿੰਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਜਿਹੜੇ ਪ੍ਰਾਣੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਰੰਗੇ ਹੁੰਦੇ ਨੇ, ਰੰਗੇ ਜਾਂਦੇ ਨੇ, ਉਹਨਾਂ ਦਾ ਖਾਧਾ ਵੀ ਪ੍ਰਵਾਨ ਹੈ, ਉਹਨਾਂ ਦਾ ਪਹਿਨਿਆ ਪਹਿੰਦਾ ਹੋਇਆ। ਸਵਾਲ ਇਹ ਨਹੀਂ ਕਿ ਉਹਨਾਂ ਨੇ ਕੱਪੜੇ ਕਿੰਨੇ ਸਸਤੇ ਤੇ ਮਹਿੰਗੇ ਪਾਏ, ਉਹ ਪ੍ਰਵਾਨ ਹੋ ਗਏ। ਸਵਾਲ ਇਹ ਨਹੀਂ ਕਿ ਉਹਨਾਂ ਨੇ ਰੁੱਖੀ ਮਿੱਸੀ ਖਾਧੀ ਹੈ ਕਿ ਉਹਨਾਂ ਨੇ ਚੋਪੜੀਆਂ ਖਾਧੀਆਂ ਨੇ, ਉਹ ਦੋਵੇਂ ਹੀ ਪ੍ਰਵਾਨ ਹੋ ਗਈਆਂ। ਸਵਾਲ ਇਹ ਨਹੀਂ ਕਿ ਉਹਨਾਂ ਨੇ ਗਰੀਬੀ ਵਿੱਚ ਦਿਨ ਕੱਟੇ ਨੇ ਜਾਂ ਉਹਨਾਂ ਨੇ ਬਾਦਸ਼ਾਹਤ ਭੋਗੀ ਹੈ, ਉਹਨਾਂ ਦੀ ਮਾਇਆ ਵੀ ਪ੍ਰਵਾਨ ਹੈ। ਤਿੰਨ ਕਾ ਖਾਧਾ ਪਹਿੰਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਜਿਨ੍ਹਾਂ ਦਾ ਨਿਤਨੇਮ ਪੂਰਾ ਹੈ, ਜਿਨ੍ਹਾਂ ਦੀ ਭਗਤੀ ਪੂਰੀ ਹੈ, ਜਿਨ੍ਹਾਂ ਦਾ ਪਰਮੇਸ਼ਰ ਨਾਲ ਪ੍ਰੇਮ ਪੂਰਾ ਹੈ, ਉਹ ਪ੍ਰਵਾਨ ਨੇ ਭਾਈ। ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ। ਉਹਨਾਂ ਦੇ ਘਰ ਵੀ ਪਵਿੱਤਰ ਨੇ, ਉਹਨਾਂ ਦੀਆਂ ਮਹਿਲ ਮਾੜੀਆਂ ਵੀ ਪਵਿੱਤਰ ਨੇ। ਸਵਾਲ ਇਹ ਨਹੀਂ ਕਿ ਉਹ ਕਰੋੜਾਂ ਦੇ ਘਰ ਵਿੱਚ ਕਿਉਂ ਰਹਿੰਦਾ ਹੈ, ਉਹ ਝੁੱਗੀ ਝੌਂਪੜੀ ਵਿੱਚ ਕਿਉਂ ਨਹੀਂ ਰਹਿੰਦਾ, ਕਿਉਂਕਿ ਇੱਕ ਪੱਖ ਸਾਡੇ ਵਿੱਚ ਇਹ ਵੀ ਹੈ, ਔਰ ਇਹ ਪੱਖ ਇਸ ਕਦਰ ਤੱਕ ਅੱਜ ਸਾਡੇ ਦਿਮਾਗ ਦੇ ਵਿੱਚ ਘਰ ਕਰ ਗਿਆ ਹੈ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਇਹ ਤਾਂ ਇਹ ਸੋਚਦੇ ਨੇ ਵੀ ਗੁਰੂ ਕਾ ਗ੍ਰੰਥੀ ਉਹ ਹੀ ਠੀਕ ਹੈ ਜਿਹਦਾ ਪਜਾਮਾ ਸਾਈਕਲ ਦੀ ਚੈਨ ਵਿੱਚ 10-15 ਵਾਰੀ ਅੜ ਕੇ ਤੇ ਫਟਿਆ ਹੋਵੇ, ਤੇ ਜੇ ਕਿਤੇ ਸਕੂਟਰ ਲੈ ਲੈ ਫਿਰ ਕਹਿੰਦੇ ਬਾਬੇ ਨੂੰ ਕਮਾਈ ਬੜੀ ਹੈ। ਵੀ ਬਾਬਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਤੇ ਇਤਰਾਜ਼ ਹੋਣਾ ਚਾਹੀਦਾ। ਉਹ ਪ੍ਰਕਾਸ਼ ਨਹੀਂ ਕਰਦਾ, ਉਹ ਗੁਰਦੁਆਰੇ ਨਿਤਨੇਮ ਨਹੀਂ ਕਰਦਾ, ਉਹ ਸੰਗਤ ਦੀ ਹਾਜ਼ਰੀ ਪੂਰੀ ਨਹੀਂ, ਡਿਊਟੀ ਪੂਰੀ ਨਹੀਂ ਕਰਦਾ, ਤੇ ਇਤਰਾਜ਼ ਹੋਣਾ ਚਾਹੀਦਾ। ਇਤਰਾਜ਼ ਕੀ ਹੈ ਵੀ ਹਾਂ ਇਹਨੇ ਚੰਗਾ ਪਜਾਮਾ ਕਿਉਂ ਪਾ ਲਿਆ। ਸਾਡਾ ਜਿਹੜਾ ਪੈਰਾਮੀਟਰ ਧਰਮ ਦਾ ਹੈ ਨਾ, ਉਹ ਠੀਕ ਨਹੀਂ ਹੈ। ਇਸੇ ਕਰਕੇ ਅੱਜ ਵੀ ਸਾਡੇ ਤੇ ਪ੍ਰਭਾਵ ਇਹ ਹੀ ਹੈ ਵੀ ਇਹ ਤੇ ਬਾਬਾ ਜੀ ਚਾਹ ਨਹੀਂ ਪੀਂਦੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਂ ਦੱਸੋ ਕੀ ਕਦੋਂ ਚ ਤੀਰ ਮਾਰਿਆ ਜੀ। ਬਾਬਾ ਜੀ ਚਾਹ ਨਹੀਂ ਪੀਂਦੇ, ਬਾਬਾ ਜੀ ਗੰਢੇ ਨਹੀਂ ਖਾਂਦੇ, ਬਾਬਾ ਜੀ ਬੰਦਾ ਖਾ ਜਾਣ ਉਹ ਠੀਕ ਹੈ। ਜੇ ਰਤ ਲੱਗੈ ਕਪੜੀ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿਨ ਕਿਉਂ ਨਿਰਮਲ ਚੀਤ। ਸਤਿਗੁਰੂ ਪਿਤਾ ਜੀ ਨੇ ਇਹ ਸਭ ਚੀਜ਼ਾਂ ਮਨੁੱਖ ਤੇਰੇ ਵਾਸਤੇ ਬਣਾਈਆਂ ਨੇ, ਪਰ ਇਹ ਚੇਤਾ ਰੱਖੀ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜਦੋਂ ਘਰ ਵਿੱਚ ਵੜਨ ਲੱਗੇ ਤੇ ਕੀ ਤੇਰੇ ਦਿਲ ਵਿੱਚ ਇਹ ਗੱਲ ਆਉਂਦੀ ਹੈ ਕਿ ਘਰ ਮੈਨੂੰ ਗੁਰੂ ਨਾਨਕ ਨੇ ਬਖਸ਼ਿਆ, ਨਹੀਂ ਤਾਂ ਮੇਰੀ ਕੀ ਔਕਾਤ ਸੀ। ਜਦੋਂ ਤੂੰ ਸੋਹਣੇ ਕੱਪੜੇ ਪਾਉਣ ਲੱਗੇ ਤੇ ਕੀ ਤੇਰੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਇਹ ਬਖਸ਼ਿਸ਼ ਮੈਨੂੰ ਕਰਤਾ ਪੁਰਖ ਨੇ ਕੀਤੀ ਹੈ, ਕਿ ਮੈਨੂੰ ਵੀ ਸਤਿਗੁਰੂ ਨੇ ਇਸ ਯੋਗ ਬਣਾਇਆ ਹੈ। ਮੈਂ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਆਪਣੇ ਪਰਿਵਾਰ ਵਿੱਚ ਵੀ ਇਹ ਅਰਦਾਸ ਸੁਣੀ ਹੈ। ਉਹ ਕਹਿੰਦੇ ਹੀ ਇਹ ਹੁੰਦੇ ਸੀ, ਪ੍ਰਮਾਤਮਾ ਸਭ ਨੂੰ ਦਵੀਂ ਤੇ ਦੂਜਿਆਂ ਦੇ ਪੈਰਾਂ ਪਿੱਛੇ ਮੇਰੇ ਬੱਚਿਆਂ ਨੂੰ ਵੀ ਦਵੀਂ। ਹੁਣ ਤੇ ਦੁੱਖ ਇਸ ਗੱਲ ਦਾ ਵੀ ਬਹੁਤਾ ਪਾਠ ਇਹ ਨਹੀਂ ਕੀਤਾ ਜਾਂਦਾ, ਬਹੁਤਾ ਪਾਠ ਇਹ ਕੀਤਾ ਜਾਂਦਾ ਵੀ ਮੇਰੀ ਜਠਾਣੀ ਨੂੰ ਨਾ ਦਵੀਂ, ਮੇਰੇ ਗੁਆਂਢੀ ਨੂੰ ਨਾ ਦਵੀਂ, ਮੇਰੇ ਸਾਹਮਣੇ ਵਾਲੇ ਨੂੰ ਨਾ ਦਵੀਂ।
ਦਿੰਦਾ ਹੈ ਰੱਬ, ਸੜਦੇ ਨੇ ਸਭ ਪਤਾ ਨਹੀਂ ਕਿਉਂ। ਦੇਣਾ ਰੱਬ ਨੇ ਹੈ, ਲੈਣਾ ਬੰਦੇ ਨੇ ਹੈ। ਮੇਰੇ ਵਰਗਾ ਐਵੇਂ ਹੀ ਆਪਣੇ ਆਪ ਨੂੰ ਸਾੜਨ ਤੇ ਲੱਗਿਆ ਰਹਿੰਦਾ ਸਾਰਾ ਦਿਨ। ਜਦੋਂ ਅਸੀਂ ਸਤਿਗੁਰੂ ਦੀ ਬਾਣੀ ਪੜਾਂਗੇ, ਸਤਿਗੁਰੂ ਦੇ ਦਰ ਤੇ ਆਵਾਂਗੇ, ਫਿਰ ਸਾਨੂੰ ਜੀਵਨ ਦਾ ਪ੍ਰਯੋਜਨ ਸਮਝ ਆਏਗਾ। ਗੱਲ ਸਿਰਫ ਇੰਨੀ ਹੈ ਕਿ ਬੰਦਿਆ ਤੂੰ ਰੱਬ ਨੂੰ ਮਿਲਣਾ ਹੈ। ਹੁਣ ਰੱਬ ਨੂੰ ਮਿਲਣ ਲਈ ਤੂੰ ਕੱਪੜੇ ਪਾਟੇ ਪਾ ਕੇ ਮਿਲਣਾ ਹੈ, ਤੂੰ ਭੁੱਖੇ ਰਹਿ ਕੇ ਮਿਲਣਾ ਹੈ, ਤੂੰ ਸਾਰੀ ਉਮਰ ਨੰਗੇ ਪੈਰੀਂ ਤੁਰ ਕੇ ਮਿਲਣਾ ਹੈ, ਤੂੰ ਕਿਸੇ ਦਰਖਤ ਦੇ ਥੱਲੇ ਸਾਰੀ ਉਮਰ ਗੁਜ਼ਾਰ ਕੇ ਰੱਬ ਨੂੰ ਮਿਲਣਾ ਹੈ, ਇਹ ਤੇਰੀ ਮਰਜ਼ੀ ਹੈ ਭਾਈ। ਪਰ ਮੈਂ ਜਦੋਂ ਸਿੱਖ ਧਰਮ ਦੀ ਬੇਨਤੀ ਕਰਾਂਗਾ ਤਾਂ ਮੇਰੇ ਸਤਿਗੁਰੂ ਪਿਤਾ ਜੀ ਨੇ ਜਿਹੜਾ ਮਾਰਗ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤਾ ਹੈ, ਉੱਥੇ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਇੱਥੇ ਔਰਤ ਈਮਾਨ ਹੈ, ਇੱਥੇ ਪੁੱਤਰ ਨਿਸ਼ਾਨ ਹੈ, ਇੱਥੇ ਧਨ ਹੈ, ਗੁਜਰਾਨ ਹੈ। ਅੱਜ ਭਾਦਰੋਂ ਦਾ ਮਹੀਨਾ ਆਰੰਭ ਹੋਇਆ। ਇੱਕ ਭਾਵਨਾ ਹੈ ਸਾਡੇ ਮਨ ਵਿੱਚ, ਇੱਕ ਆਸਥਾ ਬਣੀ ਹੋਈ ਹੈ ਕਿ ਮਹੀਨਾ ਆਰੰਭ ਹੋਣਾ ਹੈ, ਅੱਜ ਜ਼ਰੂਰ ਉੱਠਣਾ ਹੈ, ਅੱਜ ਜ਼ਰੂਰ ਇਸ਼ਨਾਨ ਕਰਨਾ ਹੈ, ਅੱਜ ਜ਼ਰੂਰ ਗੁਰਦੁਆਰੇ ਜਾਣਾ ਹੈ, ਅੱਜ ਤਾਂ ਦੇਗ ਕਰਾਉਣੀ ਹੈ, ਅੱਜ ਤੇ ਗੁਰਦੁਆਰੇ ਵਿੱਚ ਹਾਜ਼ਰੀ ਭਰਨੀ ਹੈ, ਅੱਜ ਲੰਗਰ ਵਾਸਤੇ ਰਸਦ ਲੈ ਕੇ ਹੀ ਜਾਣੀ ਹੈ। ਪਰ ਇਹਦੇ ਪਿੱਛੇ ਪ੍ਰੇਮ ਨਹੀਂ ਹੈ, ਇਹਦੇ ਪਿੱਛੇ ਇੱਕ ਡਰ ਹੈ ਕਿਤੇ ਮਹੀਨਾ ਮਾੜਾ ਨਾ ਚੜੇ। ਸਤਿਗੁਰੂ ਸਾਨੂੰ ਇੱਕ ਗੱਲ ਸਮਝਾਉਂਦੇ ਨੇ ਕਿ ਜਿਹੜਾ ਪਰਮਾਤਮਾ ਹੈ ਉਹ ਤੇ ਮਿਹਰਬਾਨ ਹੈ, ਉਹ ਤੇ ਕਿਰਪਾ ਦਾ ਘਰ ਹੈ। ਉਹਦੀ ਰਹਿਮਤ ਸਾਰਿਆਂ ਤੇ ਵਰਸਦੀ ਹੈ। ਤੂੰ ਉਸ ਰੱਬ ਦੇ ਪ੍ਰਤੀ ਆਪਣੇ ਦਿਮਾਗ ਦੇ ਵਿੱਚ ਇਹ ਅਮੇਜ ਨਾ ਬਣਾ। ਇਹ ਗੱਲਾਂ ਆਈਆਂ ਕਿੱਥੋਂ? ਇਹ ਗੱਲਾਂ ਆਈਆਂ ਸਾਡੇ ਮਨਾਂ ਵਿੱਚ ਭੂਤਾਂ ਪ੍ਰੇਤਾਂ ਤੋਂ, ਔਰ ਹੈ ਵੀ ਸੱਚ। ਜਿਹਦਾ ਤੁਸੀਂ ਦੀਵਾ ਜਗਾਉਨੇ ਹੋ, ਇੱਕ ਵੀਰਵਾਰ ਨਾ ਜਗਾਓ ਭਲਾ। ਜਿਹਦਾ ਤੁਸੀਂ ਰੋਟ ਪਕਾਉਨੇ ਹੋ, ਇੱਕ ਵੀਰਵਾਰ ਨਾ ਪਕਾਓ ਭਲਾ। ਜਿਹਦੀਆਂ ਤੁਸੀਂ ਸੀਰਣੀਆਂ ਚੜਾਉਨੇ ਹੋ, ਨਾ ਚੜਾਓ ਭਲਾ। ਜਿਹੜੀ ਤੁਸੀਂ ਗੋਗੇ ਦੀ ਪੂਜਾ ਕਰਦੇ ਹੋ, ਇੱਕ ਵਾਰੀ ਦੁੱਧ ਸੇਮੀਆਂ ਨਾ ਰੱਖੋ ਉਹਦੇ ਅੱਗੇ, ਵੇਖੋ ਹਾਂ ਭਲਾ ਫਿਰ ਕੀ ਹੁੰਦਾ। ਮੇਰੇ ਸਤਿਗੁਰੂ ਪਿਤਾ ਜੀ ਨੇ ਸਾਨੂੰ ਇੱਕ ਵੱਖਰਾ ਮਾਰਗ ਦਿੱਤਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਮੈਲ ਤੋਂ ਰਹਿਤ, ਇਹ ਬਹੁਤ ਪਵਿੱਤਰ ਰਸਤਾ ਹੈ। ਜਿਸ ਰਸਤੇ ਤੇ ਸਿੱਖਾ ਗੁਰੂ ਨਾਨਕ ਨੇ ਤੈਨੂੰ ਤੋਰਿਆ। ਇੱਥੇ ਅਦਬ ਤਾਂ ਤੇਰੇ ਮਨ ਵਿੱਚ ਹੋਣਾ ਚਾਹੀਦਾ ਹੈ, ਪਰ ਖੌਫ ਨਹੀਂ ਹੋਣਾ ਚਾਹੀਦਾ, ਡਰ ਨਹੀਂ ਹੋਣਾ ਚਾਹੀਦਾ। ਅਦਬ ਜ਼ਰੂਰ ਹੋਣਾ ਚਾਹੀਦਾ ਹੈ। ਪਿਤਾ ਜੀ ਨੇ, ਉਹਨਾਂ ਨੂੰ ਪਤਾ ਲੱਗੇਗਾ ਉਹ ਕੀ ਕਹਿਣਗੇ, ਉਹ ਕੀ ਮਹਿਸੂਸ ਕਰਨਗੇ। ਇਸ ਲੱਜਾ ਦੇ ਵਿੱਚ ਸਾਡੇ ਪਿਤਾ, ਸਾਡੇ ਦਾਦੇ ਪੜਦਾਦੇ ਬੜਾ ਸੰਜਮ ਦਾ ਜੀਵਨ ਜਿਉਂਦੇ ਸਨ। ਮਾਂ ਬਾਪ ਨੂੰ ਉਲਾਮਾ ਨਹੀਂ ਜਾਣਾ ਚਾਹੀਦਾ। ਉਹੋ ਜਿਹਾ ਇੱਕ ਅਦਬ ਤੇਰੇ ਮਨ ਦੇ ਵਿੱਚ ਸਤਿਗੁਰੂ ਦੇ ਪ੍ਰਤੀ ਰਹਿਣਾ ਚਾਹੀਦਾ ਹੈ। ਉਹੋ ਜਿਹਾ ਅਦਬ, ਇੱਕ ਨਿਰਮਲ ਭਾਵ। ਜਦੋਂ ਚਾਰ ਲਾਵਾਂ ਦਾ ਪਾਠ ਹੁੰਦਾ ਹੈ ਤੇ ਉਹਦੇ ਵਿੱਚ ਇਸ ਦਾ ਜ਼ਿਕਰ ਵੀ ਆਉਂਦਾ ਹੈ ਕਿ ਤੇਰੇ ਅੰਦਰ ਨਿਰਮਲ ਭਾਵ ਹੋਣਾ ਚਾਹੀਦਾ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਜੀਵਨ ਦਾ ਪ੍ਰਯੋਜਨ ਪਰਮਾਤਮਾ ਨੂੰ ਮਿਲਣਾ ਹੈ।
बाकी गल्लां ਜਿਹੜੀਆਂ ਨੇ ਉਹ ਸੈਕੰਡਰੀ ਨੇ, ਉਹ ਸਭ ਦੂਜੀਆਂ ਨੇ। ਪਹਿਲੀ ਗੱਲ ਸਿਰਫ ਇੰਨੀ ਹੈ ਕਿ 84 ਲੱਖ ਜੂਨਾਂ ਤੋਂ ਬਾਅਦ परमात्मा ने मनुखा जन्म दिता है। ये परमात्मा दे मिलाप का समा है भाई। हुण परमात्मा नाल मिलाप कदों होवेगा? कबीर जिस मरने ते जग डरै, मेरे मन आनंद मरने ही ते पाई है पूर्ण परमानंद। बाबा फरीद जी होरां ने भी इस गल दे प्रति सानू आगाह कीता है। जदों कहंदे ने ना कि अजो सो नाओ समुंदर में क्या जानो क्या होए, कहंदे अजे मेरे जीवन की बेड़ी मंझ धार विच है। और एक कथा भी असी बड़े बारी सुन ली है कि एक बार बाबा फरीद जी नूं एक कोठे ते रहने वाली एक स्त्री ने आवाज मार के पूछया, गली विच जांदे आ, फकीरा मैनू ये दस भी तेरी दाढ़ी दे वाल सुच्चे ने कि मेरी कुत्ती दी पूछल दे वाल सुच्चे ने। उन्हें घर कुत्ती पाली हुई सी कुकर। साखी ये आउंदी है कि बाबा जी कहन लगे, भाई समा आवेगा मैं तेनू इसका जवाब देवांगा। समा बीत गया। जदों बाबा जी परलोक गमन करन लगे, कहन लगे, भाई वो कोठे ते रहन वाली उस स्त्री नू बुलाओ। उन्हें आई भी हैरान सन। एक ही है, उस औरत नू क्यों बुलाया जा रहा है? पर हुक्म सी। बुलाया तो उसने जवाब दिता, बीबा मेरी दाढ़ी दे वाल सुच्चे ने। हुण जिहो जे कर्म सी ओहो जी ओदी भाखिया बोली भी सी। उन्हें उसे ढंग दे विच इतना जवाब उस दिन नहीं दे सकते थे। बाबा जी कहन लगे, नहीं, अजे जिंदगी का समा बाकी सी। कोई गलती हो जाए पर अज मैं विश्वास नाल कह सकदा मेरी दाढ़ी दे वाल सुच्चे ने। इहदे पिछे बहुत शिक्षा जिहड़ी है वो सानू सतगुरु जी ने बख्शिश की है। जिंदगी दे किसी पड़ाव ते भी जाके तू श्री 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 होने दे दावे नहीं कर सकता। देखो कोई अपने नाम नाल लिखदा है वो उसनू मुबारक है, उहदे प्रति किसी नू टीका टिप्पणी करन दा हक नहीं है। पर मैं गुरबाणी दे संदर्भ विच बेनती करां कि असी अपने नाम दे नाल कोई विशेषण लाउण दा यतन करिए नहीं। सानू इको ही विशेषण मिले है कि तू सिख है, तू सिखियार्थी है, तू जिंदगी भर अपने गुरु दे कोलों सीखना है। और यदि कोई समा सीमा नहीं है। गुरु अमरदास पिता महाराज सीखण वास्ते आए ने, उम्र 60 साल है, 12 साल सीखे है, 72 साल हो गई। फिर प्रवान चढ़े ने। सतगुरु पिता जी ने जो सानू बख्शिश की, इतना वड्डा खजाना जिहड़ा बाणी दा सानू बख्शे है। हुण इहदे विच सतगुरु जी ने बाणी नू वखरे वखरे सरलेख दे के सानू ज्ञान बख्शे है। हुण बाणी दा सरलेख घोड़ियां होवे, बाणी दा सरलेख सोलहे होवे, बाणी दा सरलेख सोहला होवे, बाणी दा सरलेख चौबोले होवे। इस एक गल बहुते मायने अर्थ वाली नहीं।
ਪਰ ਉਹਦੇ ਵਿੱਚੋਂ ਜਿਹੜਾ ਤਾਤਪਰਜ ਹੈ ਉਹ ਇਹ ਹੈ, ਜਿਹੜਾ ਕਾਗ ਪਸੁੰਡ ਰਿਸ਼ੀ ਨੇ ਆਪਣੇ ਵਿਦਿਆਰਥੀਆਂ ਨੂੰ ਦੱਸਿਆ ਸੀ। ਜਦੋਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਭਾਈ ਮਰਦਾਨਾ ਜੀ ਸੁਮੇਰ ਪਰਬਤ ਤੇ ਗਏ ਤਾਂ ਰਸਤੇ ਵਿੱਚ ਉਹਨਾਂ ਦਾ ਮਿਲਾਪ ਇੱਕ ਰਿਸ਼ੀ ਨਾਲ ਹੁੰਦਾ ਹੈ। ਸਨਾਤਨ ਮਤ ਦੀ ਇੱਕ ਮਨੌਤ ਹੈ ਕਿ ਇਹ ਦੋ ਰਿਸ਼ੀ ਸਭ ਤੋਂ ਵੱਡੀ ਉਮਰ ਵਾਲੇ ਹੋਏ ਨੇ, ਇੱਕ ਰਿਸ਼ੀ ਮਾਰਕੰਡਾ, ਇੱਕ ਰਿਸ਼ੀ ਕਾਗ ਪਸੁੰਡ। ਕਾਗ ਪਸੁੰਡ ਕੀ ਹੈ ਕਿ ਉਹਦੀ ਸ਼ਕਲ ਕਾਂ ਵਰਗੀ ਹੈ, ਬਾਕੀ ਗੱਲਾਂ ਤੇ ਉਹ ਬੰਦਿਆਂ ਵਾਂਗੂ ਹੀ ਕਰਦਾ। ਜਿਹੜਾ ਸਰੀਰਕ ਆਕਾਰ ਹੈ ਉਹ ਬਿਲਕੁਲ ਕਾਂ ਵਰਗਾ ਹੈ। ਤੇ ਜਦੋਂ ਸਤਿਗੁਰੂ ਉੱਥੇ ਪਹੁੰਚੇ ਨੇ, ਉਹ ਆਪਣੇ ਸ਼ਿਸ਼ਾ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ ਕਿ ਸਰੋਤਾ ਜਗ ਮੈਂ ਪੰਜ ਪ੍ਰਕਾਰਾ। ਇਹ ਜਿਹੜੇ ਸੁਣਨ ਵਾਲੇ ਨੇ ਨਾ, ਇਹ ਪੰਜ ਕਿਸਮ ਦੇ ਹੁੰਦੇ ਨੇ। ਸੋ ਮੈਂ ਤੁਮ ਸੋ ਕਰੋ ਉਚਾਰਾ, ਮੈਂ ਤੁਹਾਨੂੰ ਉਹਨਾਂ ਦੀਆਂ ਵੰਨਗੀਆਂ ਦੱਸਣੀਆਂ ਚਾਹੁੰਦਾ। ਰਾਗ ਰਾਗਣੀ ਸਮਝੇ ਇੱਕ। ਪਹਿਲੇ ਸਰੋਤੇ ਕੌਣ ਨੇ? ਜਿਨ੍ਹਾਂ ਨੂੰ ਸਿਰਫ ਇੰਨਾ ਹੀ ਪਤਾ ਹੈ ਵੀ ਰਾਗ ਕਿਹੜਾ ਹੈ ਤੇ ਰਾਗਣੀ ਕਿਹੜੀ ਹੈ। ਦੁਤੀਏ ਸਵਰ ਕੇ ਲਖੇ ਬਬੇਕਾ। ਕੁਝ ਉਹ ਨੇ ਜਿਹੜੇ ਇਸ ਤੋਂ ਵੀ ਬਰੀਕੀ ਵਿੱਚ, ਕਿ ਇਹਦੇ ਵਿੱਚ ਜਿਹੜੇ ਨੇ ਸੁਰ ਲਾਏ ਨੇ ਉਹ ਕਿਹੜੇ ਲਾਏ ਨੇ। ਤ੍ਰਿਤੀਏ ਤਾਲ ਵਿਖੇ ਹਿੱਤ ਦੇ। ਤੀਜੇ ਉਹ ਨੇ ਜਿਹੜੇ ਤਾਲ ਵੱਲ ਧਿਆਨ ਰੱਖਦੇ ਨੇ। ਚੌਥਰਤ ਬਾਦਤ ਤੇ ਰਸ ਨੇ। ਚੌਥੇ ਉਹ ਨੇ ਜਿਹੜੇ ਉਸ ਸਮੇਂ ਉਤਪੰਨ ਹੋਣ ਵਾਲੇ ਸੰਗੀਤ ਦਾ ਰਸ ਮਾਣਦੇ ਨੇ, ਜਿਨ੍ਹਾਂ ਵਿੱਚ ਮੇਰਾ ਖਿਆਲ ਹੈ ਆਪਾਂ ਸਾਰੇ ਹੀ ਸ਼ਾਮਲ ਆ। ਜਦੋਂ ਲੋਕ ਰਾਤ ਦਾ satsang ਅਟੈਂਡ ਕਰਕੇ ਆਉਂਦੇ, ਹਾਜ਼ਰੀ ਭਰ ਕੇ ਆਉਂਦੇ ਨੇ, ਕਦੇ ਪੁੱਛ ਕੇ ਵੇਖਣਾ ਵੀ ਰਾਤੀ ਤੁਸੀਂ ਗਏ ਸੀ satsang ਤੇ, ਕਿੱਦਾਂ ਫਿਰ? ਕਹਿੰਦਾ ਜੀ ਉਹ ਢੋਲਕੀ ਵਾਲੇ ਨੇ ਤੇ ਵਾਟੀ ਕੱਢਤੇ। ਚਿਮਟੇ ਵਾਲਾ ਤੇ ਕਮਾਲ ਦਾ ਹੀ ਸੀ। ਜਿਹੜਾ ਵਾਜਾ ਵਜਾ ਰਿਹਾ ਸੀ, ਹਾਰਮੋਨੀਅਮ ਵਜਾ ਰਿਹਾ ਸੀ, ਕਹਿੰਦਾ ਉਹ ਤਾਂ ਬਸ ਕਮਾਲ ਜੀ, ਕਮਾਲ ਦੀ ਪੇਟੀ ਵਜਾਈ ਉਸਨੇ। ਕਿਉਂਕਿ ਉਹਨਾਂ ਦੇ ਗਿਆਨ ਦੇ ਸ਼ਬਦ ਵੀ ਜਿਹੜੇ ਨੇ ਉਹ ਗੁਰਮਤ ਦੇ ਸ਼ਬਦ ਨਹੀਂ ਹੁੰਦੇ, ਉਹ ਝੂਮਦੇ ਵੀ ਉਸੇ ਵਿੱਚ ਹੀ ਨੇ। ਜਿਵੇਂ ਆਪਾਂ ਵੀ ਜਦੋਂ ਕੀਰਤਨ ਸੁਣਦੇ ਆ, ਬਹੁਤੇ ਤੇ ਮੇਰੇ ਵਰਗੇ ਗੋਡਿਆਂ ਦਾ ਹੀ ਤਬਲਾ ਵਜਾਈ ਜਾਂਦੇ ਨੇ। ਪੁੱਛੋ ਵੀ ਸਮਝ ਆਈ? ਕੋਈ ਸਮਝ ਕੋਈ ਨਹੀਂ ਆਈ। ਚੌਥਰਤ ਬਾਦਤ ਤੇ ਰਸ ਲੈ, ਪੰਚਮ ਸ਼ਬਦ ਅਰਥ ਕੋ ਚੀਨਾ। ਪੰਜਵੀਂ ਕਿਸਮ ਦਾ ਉੱਤਮ ਸਰੋਤਾ ਹੈ ਜਿਹੜਾ ਇਸ ਗੱਲ ਵੱਲ ਧਿਆਨ ਦਿੰਦਾ ਹੈ ਵੀ ਜਿਹੜਾ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ, ਇਹ ਗੁਰਬਾਣੀ ਵਿੱਚੋਂ ਹੈ, ਇਹ ਦਸਮ ਦੀ ਬਾਣੀ ਵਿੱਚੋਂ ਹੈ, ਇਹ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਹੈ, ਇਹ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਵਿੱਚੋਂ ਹੈ, ਕਿ ਅੱਜ ਇਹਨਾਂ ਨੇ ਕਵਿਤਾ ਹੀ ਗਾ ਛੜੀ ਹੈ। ਇੱਕ ਵਾਰੀ ਭਾਈ ਹਰਬੰਸ ਸਿੰਘ ਜਗਾਦਰੀ ਵਾਲੇ ਪੰਛੀ ਕਿਸੇ ਦੀ ਕੋਠੀ ਆਏ। ਮੇਰੇ ਦਿਲੋਂ ਦਿਮਾਗ ਦੇ ਵਿੱਚ ਬਹੁਤੀ ਉਹਨਾਂ ਦੇ ਪ੍ਰਤੀ ਕੋਈ ਭਾਵਨਾ ਨਹੀਂ ਸੀ, ਪਰ ਅੱਜ ਤਾਂ ਮਜਬੂਰੀ ਬਣ ਗਈ ਵੀ ਮੈਂ ਵੀ ਉਹਨਾਂ ਦੇ ਘਰ ਅਰਦਾਸ ਕਰਨ ਗਿਆ। ਉਹਨਾਂ ਨੇ ਕੀਰਤਨ ਕਰਨਾ ਸੀ। ਸਵਾ ਘੰਟਾ ਮੈਂ ਉਹਨਾਂ ਨੂੰ ਸਾਹਮਣੇ ਬਹਿ ਕੇ ਸੁਣਿਆ, ਪਰ ਸਵਾ ਘੰਟਾ ਇਵੇਂ ਲੰਘ ਗਿਆ ਜਿਵੇਂ 5-7 ਮਿੰਟ ਹੋਣ। ਬੜੀ ਮਨ ਵਿੱਚ ਇੱਜ਼ਤ ਬਣੀ, ਬੜਾ ਸਨਮਾਨ ਬਣਿਆ ਵੀ ਵਾਕਈ ਸੱਚੇ ਪਾਤਸ਼ਾਹ ਨੇ ਭਾਈ ਹਰਬੰਸ ਸਿੰਘ ਹੋਰਾਂ ਨੂੰ ਤੇ ਬੜੀ ਬਖਸ਼ਿਸ਼ ਕੀਤੀ ਹੈ, ਬੜਾ ਗੁਣ ਬਖਸ਼ਿਆ, ਬੜੀ ਮਠਾਸ ਹੈ ਉਹਨਾਂ ਦੇ ਗਾਇਨ ਵਿੱਚ। ਦੇਖੋ ਬੋਲਣ ਵਿੱਚ ਵੀ ਉਹਨਾਂ ਦੇ ਸ਼ਬਦਾਂ ਦੀ ਬੜੀ ਸੁੰਦਰ ਇਬਾਰਤ ਹੁੰਦੀ ਸੀ, ਪਰ ਅਜੇ ਭਾਵਨਾ ਇਦਾਂ ਦੀ ਬਣੀ ਹੈ ਕਿ ਕਿਸੇ ਬੀਬੀ ਨੇ ਕਹਿ ਦਿੱਤਾ ਤੇ ਬਾਬਾ ਜੀ ਨੇ ਪੜ੍ਹ ਦਿੱਤਾ। ਉਹ ਸਵਾਸਾਂ ਦੀ ਮਾਲਾ, ਉਹ ਤਾਂ ਗੀਤ ਗਾਉਣ ਲੱਗ ਪਏ ਜੀ। ਕੀਰਤਨ ਹੋ ਗਿਆ, ਅਰਦਾਸ ਹੋ ਗਈ, ਹੁਕਮਨਾਮਾ ਹੋ ਗਿਆ। ਮੈਂ ਸੰਗਤ ਵਿੱਚ ਹੀ ਬੇਨਤੀ ਕੀਤੀ, ਮੈਂ ਕਿਹਾ ਭਾਈ ਸਾਹਿਬ ਐਡੀ ਸੋਹਣੀ ਖੀਰ ਖਵਾ ਕੇ, ਐਡੀ ਸੋਹਣੀ ਆਈਸਕ੍ਰੀਮ ਖਵਾ ਕੇ, ਤੇ ਆਹ ਤੁਸੀਂ ਕੀ ਮੁੜ ਕੇ ਚੌਲਾਂ ਦਾ ਪਲਾਓ ਖਵਾ ਛੱਡਿਆ ਮਗਰੋਂ?
ਇੰਨੀ ਸੋਹਣੀ ਗੁਰਬਾਣੀ ਪੜ੍ਹੀ ਤੇ ਮੁੜ ਕੇ ਗੀਤ ਗਾਉਣ ਦੀ ਕੀ ਲੋੜ ਪੈ ਗਈ ਆਪਾਂ ਨੂੰ। ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਲਖੀਐ ਸਭ ਤੇ ਪਰਬੀਨਾ। ਇਹ ਚੇਤਾ ਰੱਖਣਾ। ਗਾਓ ਧਾਰਮਿਕ ਗੀਤ, ਸੁਣਾਓ ਧਾਰਮਿਕ ਗੀਤ, ਪਰ ਆਨੰਦ ਸਾਹਿਬ ਦੀਆਂ ਇਹ ਪੰਗਤੀਆਂ ਹਮੇਸ਼ਾ ਧਿਆਨ ਰੱਖਣਾ। ਸੁਣਤੇ ਪੁਨੀਤ, ਕਹਤੇ ਪਵਿੱਤ, ਇਹ ਬਖਸ਼ਿਸ਼ ਨਹੀਂ ਜੀ ਹੋਣੀ। ਨਾ ਤੇ ਕਹਿਣ ਵਾਲਾ ਪਵਿੱਤਰ ਹੈ, ਨਾ ਸੁਣਨ ਵਾਲਾ ਪੁਨੀਤ ਹੈ। ਧਾਰਮਿਕ ਗੀਤ ਗਾ ਕੇ ਕਿਵੇਂ ਪਵਿੱਤਰ ਤੇ ਪੁਨੀਤ ਹੋ ਜਾਵਾਂਗੇ ਆਪਾਂ ਭਾਈ। ਵਡਿਆਈ ਗੁਰਬਾਣੀ ਦੀ ਹੈ, ਵਡਿਆਈ ਗਾਇਨ ਦੀ ਨਹੀਂ ਹੈ। ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਲਖੀਐ ਸਭ ਤੇ ਪਰਬੀਨਾ। ਸਤਿਗੁਰੂ ਜੀ ਨੇ ਜਿਤਨੀ ਬਾਣੀ ਬਖਸ਼ਿਸ਼ ਕੀਤੀ ਹੈ, ਇਹ ਬਾਣੀ ਗੁਰੂ ਹੈ। ਜਿਹੜੀ ਬਾਣੀ ਗੁਰੂ ਕਹਿੰਦਾ ਹੈ, ਜੇ ਅਸੀਂ ਉਸ ਬਾਣੀ ਨੂੰ ਆਪਣੇ ਜੀਵਨ ਵਿੱਚ ਮੰਨ ਲਈਏ ਤੇ ਜੋ ਬਖਸ਼ਿਸ਼ਾਂ ਗੁਰਬਾਣੀ ਵਿੱਚ ਦਰਜ ਨੇ, ਇਹ ਸਾਡੀ ਜ਼ਿੰਦਗੀ 'ਚ ਪ੍ਰਗਟ ਰੂਪ ਵਿੱਚ ਵਾਪਰ ਸਕਦੀਆਂ ਨੇ। ਸਤਿਗੁਰੂ ਦੀ ਬਾਣੀ 'ਚ ਕੋਈ ਅਤ ਕਥਨੀ ਨਹੀਂ ਹੈ। ਦੇਖੋ, ਇੱਕ ਗੱਲ ਦਾ ਵਿਸ਼ਵਾਸ ਤੇ ਆਪਣੀ ਜ਼ਿੰਦਗੀ 'ਚ ਲੈ ਲਓ ਕਿ ਜੋ ਕੁਝ ਸਤਿਗੁਰੂ ਨੇ ਬਾਣੀ ਵਿੱਚ ਲਿਖ ਦਿੱਤਾ ਹੈ, ਇਹ ਰੱਬੀ ਬਾਣੀ, ਅਕਾਲੀ ਬਾਣੀ, ਖਸਮ ਕੀ ਬਾਣੀ, ਧੁਰ ਕੀ ਬਾਣੀ, ਇਹ ਵਾਵਾ ਬਾਣੀ ਨਿਰੰਕਾਰ ਦੇ ਇਹ ਦਰਜੇ ਨੂੰ ਪ੍ਰਾਪਤ ਹੈ। ਔਰ ਇਹ ਸੱਚ ਹੈ। ਇਹ ਲੋਕ ਵਿੱਚ ਵੀ ਸੱਚ ਹੈ, ਪਰਲੋਕ ਵਿੱਚ ਵੀ ਸੱਚ ਹੈ। ਇਹ ਜੁਗੋ ਜੁਗ ਅਟਲ ਹੈ। ਇਹ ਕਿਸੇ ਸਮੇਂ ਸੀਮਾ ਦੇ ਵਿੱਚ ਬੱਧਾ ਹੋਇਆ ਨਹੀਂ ਹੈ। ਜਦੋਂ ਵੀ ਕੋਈ ਇਸ ਦਾ ਅਧਿਕਾਰੀ ਬਣੇਗਾ, ਇਹਨਾਂ ਬਖਸ਼ਿਸ਼ਾਂ ਦਾ ਪਾਤਰ ਹੋ ਜਾਏਗਾ। ਸਤਿਗੁਰੂ ਜੀ ਨੇ 12 ਮਾਹਾਂ ਉਚਾਰਿਆ, ਅਸੀਂ ਉਸ ਨੂੰ ਵੀ ਇੱਕ ਵਹਿਮ ਭਰਮ ਦਾ ਹਿੱਸਾ ਬਣਾ ਕੇ ਬਹਿ ਗਏ। ਅੱਜ ਸੰਗਰਾਂਦ ਹੈ ਜੀ, ਅੱਜ ਅਮਾਵਸ ਹੈ ਜੀ, ਅੱਜ ਪੂਰਨਮਾ ਹੈ ਜੀ, ਅੱਜ ਪੰਚਮੀ ਹੈ ਜੀ, ਅੱਜ ਦਸਵੀਂ ਹੈ ਜੀ। ਇਹ ਸਮਾਂ ਵੰਡ ਸੀ। ਇਹ ਤਾਂ ਮਾਨੋ ਇੱਕ ਕੈਲੰਡਰ ਸੀ ਭਾਈ। ਇਹ ਦਿਨ ਹੈ, ਇਹ ਰਾਤ ਹੈ। ਕਦੇ ਪਹਿਰਾਂ ਦੇ ਵਿੱਚ ਸਮਾਂ ਮਾਪਿਆ ਤੋਲਿਆ ਜਾਂਦਾ ਸੀ, ਫਿਰ ਸਕਿੰਟਾਂ ਮਿੰਟਾਂ ਵਿੱਚ, ਘੰਟਿਆਂ ਵਿੱਚ ਮਾਪਣਾ ਤੋਲਣਾ ਸ਼ੁਰੂ ਕਰ ਦਿੱਤਾ। ਉਹਦੇ ਨਾਲ ਕੀ ਫਰਕ ਪੈਂਦਾ ਹੈ? ਇਹ 12 ਮਾਹਾਂ ਸ਼ੁਰੂ ਕਿੱਥੋਂ ਹੋਇਆ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਤੇ ਇੱਕ ਬੇਨਤੀ ਤੋਂ ਸ਼ੁਰੂ ਹੋਇਆ ਸੀ ਤੇ ਸਤਿਗੁਰੂ ਜੀ ਨੇ 12 ਮਹੀਨਿਆਂ ਦੀ ਇਸ ਵੰਡ ਨੂੰ ਆਧਾਰ ਬਣਾ ਕੇ ਸਾਡਾ ਮਾਰਗ ਦਰਸ਼ਨ ਕਰ ਦਿੱਤਾ। ਔਰ ਆਰੰਭਤਾ ਇਥੋਂ ਪਹਿਲੇ ਮਹੀਨੇ ਤੋਂ ਕੀਤੀ ਹੈ ਕਿ ਚੇਤ ਗੋਵਿੰਦ ਆਰਾਧੀ ਹੈ, ਹੋਵੇ ਆਨੰਦ ਘਣਾ। ਪਰ ਜਦੋਂ ਚੇਤੇ ਕਰੋਗੇ, ਜਦੋਂ ਸਵਾਸ ਸਵਾਸ ਸਿਮਰੋਗੇ, ਤੇ ਚੇਤਾ ਰੱਖਣਾ ਜਿਹਦੀਆਂ ਬਾਤਾਂ ਪਾਓਗੇ, ਜਿਹਦੀਆਂ ਕਹਾਣੀਆਂ ਸੁਣੋਗੇ, ਜਿਹਦੀਆਂ ਰੋਜ਼ ਸਾਖੀਆਂ ਪੜੋਗੇ, ਫਿਰ ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ। ਜਦੋਂ ਉਹਦੀਆਂ ਗੱਲਾਂ ਸੁਣ ਸੁਣ ਕੇ, ਉਹਦੀਆਂ ਵਡਿਆਈਆਂ ਸੁਣ ਸੁਣ ਕੇ, ਉਹਦੇ ਗੀਤ ਗਾ ਗਾ ਕੇ, ਜਦੋਂ ਉਹਦੀ ਵਡਿਆਈ ਹਿਰਦੇ ਰੂਪੀ ਘਰ ਵਿੱਚ ਵਸੇਗੀ ਤਾਂ ਫਿਰ ਮਿਲਣ ਨੂੰ ਮਨ ਵੀ ਕਰੇਗਾ। ਫਿਰ ਤੁਹਾਡਾ ਯਤਨ ਹੋਏਗਾ ਕਿ ਇੰਨੇ ਗੁਣਾਂ ਦੇ ਮਾਲਕ ਪ੍ਰਭੂ ਦੇ ਦਰਸ਼ਨ ਕੀਤੇ ਜਾਣ, ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਵਿਛੋਹ ਪੈਦਾ ਹੁੰਦੀ ਹੈ। ਜਦੋਂ ਵਿਸਾਖ ਦਾ ਮਹੀਨਾ ਇੱਕ ਮਹੀਨਾ ਹੀ ਹੋਇਆ ਤੇ ਵਿਸਾਖ ਧੀਰਨ ਕਿਉਂ ਵਾਢੀਆਂ? ਉਹ ਤੇ ਕਹਿੰਦੀਆਂ ਹੁਣੇ ਮਨਾਓ ਜੀ। ਜਿਨ੍ਹਾਂ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਸਾਰ ਕੇ ਲੱਗੀ ਮਾਇਆ ਤੋਂ। ਇਹ ਕਿਉਂ ਬਈ? ਹਰੀ ਸੱਜਣ ਪਰਮਾਤਮਾ ਨੂੰ ਮੈਂ ਕਿਵੇਂ ਭੁੱਲ ਗਈ? ਮੈਂ ਮਾਇਆ ਦੇ ਧੋਖੇ ਵਿੱਚ ਕਿਵੇਂ ਪੈ ਗਈ? ਪਰ ਜਦੋਂ ਤੁਰੀ ਤੇ ਪਤਾ ਲੱਗਿਆ ਵੀ ਧਿਆਨ ਰੱਖੀ, ਹਰ ਜੇਠ ਜੁੜਨ ਦਾ ਲੋੜੀ ਹੈ। ਅੱਗੇ ਕਈ ਬਾਈ ਮੰਜੀਆਂ ਲਾ ਕੇ ਬੈਠੇ ਹੋਣਗੇ, ਧਿਆਨ ਰੱਖੀ ਜਿਹੜਾ ਸਾਰਿਆਂ ਤੋਂ ਵੱਡਾ ਹੋਵੇ, ਨਮਸਕਾਰ ਉਸ ਨੂੰ ਕਰੀ।
ਜਦੋਂ ਇਸ ਮਾਰਗ ਤੇ ਤੁਰੇ ਤਾਂ ਫਿਰ ਉਹਦੇ ਵਿੱਚ ਇਮਤਿਹਾਨ ਵੀ ਆਉਣਗੇ, ਕਸਵੱਟੀਆਂ ਵੀ ਆਉਣਗੀਆਂ, ਉਹਦੇ ਵਿੱਚ ਪਰਖਣਾ ਵੀ ਹੋਏਗੀ, ਉਹਦੇ ਵਿੱਚ ਅਸਾੜ ਦੀ ਤਪਸ਼ ਵੀ ਆਏਗੀ, ਲੂਆਂ ਵੀ ਵਗਣਗੀਆਂ, ਸਾਵਣ ਦੀਆਂ ਬਿਜਲੀਆਂ ਵੀ ਚਮਕਣਗੀਆਂ, ਬੱਦਲ ਵੀ ਗਰਜਣਗੇ, ਫਿਰ ਭਾਦੋਂ ਦੇ ਤਰਾਕਟੇ ਵੀ ਆਉਣਗੇ। ਭਾਦੋਂਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਜਦੋਂ ਤੂੰ ਭਰਮ ਦੇ ਵਿੱਚ ਪੈ ਜਾਏਗਾ, ਭਰਮ ਦੇ ਵਿੱਚ ਪੈ ਕੇ ਭੁੱਲ ਜਾਏਗਾ। ਭਰਮ ਦਾ ਸਭ ਤੋਂ ਵੱਡਾ ਦੋਸ਼ ਕੀ ਹੈ? ਭੁੱਲ ਜਾਣਾ। ਆਪਾਂ ਆਮ ਹੀ ਬੋਲਣ ਦੇ ਵਿੱਚ ਤਾਂ ਸਾਡੇ ਰੋਜ਼ ਹੀ ਆਉਂਦਾ, ਨਹੀਂ ਜੀ ਐਵੇਂ ਵਹਿਮ ਭਰਮ ਨਹੀਂ ਕਰਨੇ ਚਾਹੀਦੇ। ਹੁਣ ਭਰਮ ਦੀ ਅਵਸਥਾ ਕੀ? ਤੁਸੀਂ ਦੋ ਜਣੇ ਖਲੋਤੇ ਹੋ, ਮੈਂ ਆ ਗਿਆ ਤੇ ਮੈਂ ਆ ਕੇ ਇੱਕ ਗੱਲ ਆਖੀ ਹੈ, ਤੁਹਾਡੇ ਦੋਵਾਂ ਦੇ ਵਿੱਚੋਂ ਕਿਸੇ ਇੱਕ ਨੂੰ ਸੰਬੋਧਨ ਹੋ ਕੇ, ਭਰਾ ਜੀ ਥੋੜੀ ਜੀ ਪਾਸੇ ਹੋ ਕੇ ਮੇਰੀ ਗੱਲ ਸੁਣ ਲਿਓ। ਉਹ ਪਾਸੇ ਹੋ ਗਿਆ ਤੇ ਮੈਂ ਉਹਦੇ ਕੰਨ ਵਿੱਚ ਕੀ ਕਿਹਾ? ਮੈਂ ਕਿਹਾ ਅੱਜ ਬੁੱਧਵਾਰ ਹੈ ਤੇ ਪਤਾ ਹੈ ਤੈਨੂੰ ਅੱਜ ਭਾਦਰੋਂ ਦੀ ਸੰਗਰਾਂਦ ਹੈ। ਮੈਂ ਇੰਨੀ ਗੱਲ ਕਹਿ ਕੇ ਚਲਾ ਗਿਆ। ਹੁਣ ਉਹ ਵਿਅਕਤੀ ਜਿਹੜਾ ਦੂਜੇ ਵਿਅਕਤੀ ਨਾਲ ਖਲੋਤਾ ਸੀ, ਉਹਨੇ ਉਹਨੂੰ ਪੁੱਛਿਆ ਵੀ ਇਹ ਤੈਨੂੰ ਕੀ ਕਹਿ ਕੇ ਗਿਆ? ਉਹ ਕਹਿੰਦਾ ਵੀ ਇਹਨੇ ਤੇ ਮੈਨੂੰ ਕਿਹਾ ਵੀ ਅੱਜ ਬੁੱਧਵਾਰ ਹੈ ਤੇ ਅੱਜ ਭਾਦਰੋਂ ਦੀ ਸੰਗਰਾਂਦ। ਕਹਿੰਦਾ ਵੀ ਇਹ ਗੱਲ ਉਹਨੇ ਚੋਰੀ ਥੋੜਾ ਕਹਿਣੀ ਸੀ, ਇਹ ਗੱਲ ਤੇ ਉਹਨੇ ਮੇਰੇ ਸਾਹਮਣੇ ਕਿਹਾ ਸੀ। ਜ਼ਰੂਰ ਉਹਨੇ ਤੈਨੂੰ ਮੇਰੇ ਬਾਰੇ ਕੁਝ ਕਿਹਾ ਹੋਏਗਾ, ਭਰਮ ਪੈਦਾ ਹੋ ਗਿਆ। ਉਹ ਵਿਸ਼ਵਾਸ ਜਿਹੜਾ ਸੀ ਉਹਦੇ ਵਿੱਚੋਂ ਭੁਲੇਖਿਆਂ ਨੇ ਜਨਮ ਲੈ ਲਿਆ। ਫਿਰ ਕੀ ਹੋਇਆ? ਦੂਜੇ ਲੱਗਾ ਹੇਤ। ਉਹ ਵਿਸ਼ਵਾਸ, ਉਹ ਪਿਆਰ, ਉਹ ਟੁੱਟ ਗਿਆ। ਨਹੀਂ, ਤੂੰ ਮੇਰੇ ਤੋਂ ਲੁਕਾਉਣਾ ਹੈ, ਤੂੰ ਮੇਰੇ ਤੋਂ ਅੱਜ ਗੱਲ ਛੁਪਾਈ ਹੈ। ਮੈਂ ਤੇ ਕਦੇ ਸੋਚ ਵੀ ਨਹੀਂ ਸਕਦਾ ਸੀ ਵੀ ਤੂੰ ਮੇਰੇ ਤੋਂ ਵੀ ਕੋਈ ਗੱਲ ਲੁਕੋਏਗਾ, ਪਰ ਅੱਜ ਨਿੱਕੀ ਜੀ ਗੱਲ ਤੂੰ ਮੇਰੇ ਕੋਲੋਂ ਲੁਕੋ ਲਈ। ਤੂੰ ਪਾਸੇ ਹੋ ਕੇ ਗੱਲ ਸੁਣੀ, ਮੈਨੂੰ ਦੱਸੀ ਨਹੀਂ। ਉਹ ਬਥੇਰਾ ਵਾਸਤਾ ਪਾਉਂਦਾ ਵੀ ਆਖਿਆ ਤੇ ਭਾਈ ਸਾਹਿਬ ਨੇ ਇੰਨਾ ਹੀ ਹੈ ਵੀ ਅੱਜ ਬੁੱਧਵਾਰ ਹੈ ਤਾਂ ਅੱਜ ਭਾਦਰੋਂ ਦੀ ਸੰਗਰਾਂਦ ਹੈ। ਕਹਿੰਦਾ ਫਿਰ ਇਹ ਗੱਲ ਲੁਕੋ ਕੇ ਕਹਿਣ ਦੀ ਕੀ ਲੋੜ ਸੀ? ਸਤਿਗੁਰੂ ਪਿਤਾ ਮਹਾਰਾਜ ਕਹਿੰਦੇ, ਬੰਦਿਆ ਜਦੋਂ ਤੂੰ ਪਰਮਾਰਥ ਦੇ ਮਾਰਗ ਤੇ ਤੁਰਨਾ ਹੈ ਤੇ ਇਹ ਚੇਤਾ ਰੱਖੀ ਰਸਤੇ ਵਿੱਚ ਭਰਮ ਵੀ ਆਉਣੇ ਨੇ। ਜਦੋਂ ਭਾਦਰੋਂ ਦਾ ਮਹੀਨਾ ਆਉਣਾ ਹੈ ਨਾ, ਉਦੋਂ ਤਰਾਕਟੇ ਪੈਣੇ ਨੇ। ਇਹਨਾਂ ਭਰਮਾਂ ਦੇ ਵਿੱਚ ਤੇਰਾ ਜਦੋਂ ਪਿਆਰ ਕਿਸੇ ਦੂਸਰੇ ਨਾਲ ਜੁੜ ਜਾਏਗਾ ਤੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇ। ਤੂੰ ਲੱਖ ਧਰਮ ਦੇ ਕੱਪੜੇ ਪਾਵੀਂ, ਧਾਰਮਿਕ ਚਿੰਨ੍ਹ ਪਾਵੀਂ, ਤੂੰ ਧਰਮ ਦੇ ਰੂਪ ਬਣਾਵੀਂ, ਇਹ ਕਿਸੇ ਅਰਥ ਨਹੀਂ ਹੋਣਗੇ। ਹੁਣ ਹੱਥ ਵਿੱਚ ਮਾਲਾ ਹੋਵੇ, ਕਈ ਵਾਰੀ ਸਾਨੂੰ ਲੱਗਦਾ ਜ਼ਰੂਰ ਹੈ ਕਿ ਕੋਈ ਗੱਲ ਜਿਹੜੀ ਹੈ ਉਹ ਕਿਸੇ ਨਿੱਜ ਦੇ ਵਿੱਚੋਂ ਕਿਉਂ ਦੱਸੀ ਗਈ, ਕਿਉਂ ਬੋਲੀ ਗਈ। ਪਰ ਇਹਨਾਂ ਗੱਲਾਂ ਦਾ ਜ਼ਿਆਦਾ ਐਕਸਪੀਰੀਅੰਸ ਜਿਹੜਾ ਹੈ ਨਾ, ਉਹ ਤੁਹਾਨੂੰ ਇੱਥੋਂ ਬਹੁਤ ਛੇਤੀ ਮਿਲਦਾ ਹੈ। ਸਤਿਗੁਰੂ ਨੇ ਸੰਗਤ ਨਾਲ ਸਾਨੂੰ ਕਿਉਂ ਜੋੜਿਆ? ਕਦੇ ਸੋਚਿਆ ਤੁਸੀਂ? ਇਹ ਉੱਤਮ ਪੰਥ ਹੈ, ਇੱਕ ਉੱਤਮ ਪੰਥ। ਸੁਣਿਓ ਗੁਰ ਸੰਗਤ। ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਹਰ ਤਰੀਕੇ ਦਾ ਵਿਅਕਤੀ ਮਿਲੇਗਾ, ਮਾੜੇ ਤੋਂ ਮਾੜਾ ਵੀ ਮਿਲੇਗਾ ਔਰ ਉੱਤਮ ਤੋਂ ਉੱਤਮ ਵੀ ਮਿਲੇਗਾ। ਕੋਈ ਪਤਾ ਨਹੀਂ ਇੱਥੇ ਕਿਹੜੀ ਕਿਹੜੀ ਪ੍ਰਭੂ ਦੇ ਪ੍ਰੇਮ ਦੇ ਵਿੱਚ ਭਿੱਜੀ ਹੋਈ ਆਤਮਾ ਰਸਕ ਬੈਰਾਗੀ ਹੋ ਕੇ ਇੱਥੇ ਬੈਠੀ ਹੋਈ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਜਦੋਂ ਤੇਰਾ ਪਿਆਰ ਪਰਮਾਤਮਾ ਤੋਂ ਟੁੱਟ ਗਿਆ, ਕਿਉਂਕਿ ਪਰਮਾਤਮਾ ਨੂੰ ਕੀ ਚਾਹੁੰਦਾ ਹੈ, ਕੀ ਪਾਉਂਦਾ ਹੈ? ਪਰਮਾਤਮਾ ਨੇ ਤੇਰੇ ਤੋਂ ਕੀ ਲੈਣਾ ਹੈ? ਗੋਬਿੰਦ ਭਾਉ ਭਗਤ ਦਾ ਭੁੱਖਾ। ਉਹਨੂੰ ਪਹਿਲੀ ਚੀਜ਼ ਤੇਰੇ ਕੋਲੋਂ ਭਾਉ ਚਾਹੀਦਾ ਸੀ, ਦੂਜੀ ਫਿਰ ਤੇਰੇ ਕੋਲੋਂ ਭਗਤੀ ਚਾਹੀਦੀ ਸੀ।
ਤੇ ਜੇ ਭਾਉ ਨਹੀਂ ਤੇ ਤੇਰੀ ਭਗਤੀ ਪ੍ਰਵਾਨ ਨਹੀਂ ਹੋਏਗੀ। ਬਿਨਾ ਪਿਆਰ ਤੋਂ, ਬਿਨਾ ਅਦਬ ਸਨਮਾਨ ਤੋਂ ਜੇ ਕਦੇ ਸੱਸ ਵੀ ਮਿੱਠੀਆਂ ਬੋਲੇ, ਕਦੇ ਨੂੰਹ ਵੀ ਮਿੱਠੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰੇ ਤੇ ਨੂੰਹ ਸੱਸ ਨੂੰ ਵੀ ਕਹਿ ਦਿੰਦੀ, ਸੱਸ ਨੂੰਹ ਨੂੰ ਵੀ ਕਹਿ ਦਿੰਦੀ ਹੈ ਕਿ ਬੇਬੇ ਇਹੋ ਜਿਹੀਆਂ ਗੱਲਾਂ ਦੀ ਮੈਨੂੰ ਲੋੜ ਨਹੀਂ ਹੈਗੀ। ਤੇ ਬੇਬੇ ਵੀ ਕਹਿ ਦਿੰਦੀ ਵੀ ਕੁੜੀਏ ਇਹੋ ਜਿਹੀਆਂ ਗੱਲਾਂ ਦੀ ਮੈਨੂੰ ਵੀ ਲੋੜ ਨਹੀਂ ਹੈਗੀ। ਤੇ ਜੇ ਅੰਦਰੋਂ ਮਾਣ ਸਨਮਾਨ ਹੋਵੇ ਤਾਂ ਫਿਰ ਇੱਕ ਗੱਲ ਦਾ ਇਹ ਵੀ ਧਿਆਨ ਰੱਖਣਾ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਕਦੇ ਬਾਹਰੋਂ ਬੋਲਦੇ ਆ ਕੋਈ ਗਲਤੀ ਹੋ ਵੀ ਜਾਵੇ ਨਾ, ਪਰ ਜੇ ਅੰਦਰ ਦੀ ਸੁਚਮਤਾ ਹੈ, ਅੰਦਰ ਦਾ ਪ੍ਰੇਮ ਹੈ ਤਾਂ ਉਹ ਫਿਰ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਲੱਖਾਂ ਸ਼ਿੰਗਾਰ ਤੇਰੇ ਕੀ ਕਰਨਗੇ, ਤੇਰਾ ਤੇ ਪਿਆਰ ਹੀ ਕਿਸੇ ਹੋਰ ਨਾਲ ਪੈ ਗਿਆ, ਤੇਰਾ ਸਨੇਹ ਕਿਸੇ ਹੋਰ ਨਾਲ ਹੈ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਣ ਪ੍ਰੇਤ। ਪਰ ਬੰਦਿਆ ਸਾਰੀ ਜ਼ਿੰਦਗੀ ਤੂੰ ਪਰਮਾਤਮਾ ਨੂੰ ਛੱਡ ਕੇ ਦੁਨੀਆ ਨਾਲ ਪਿਆਰ ਪਾ ਲਿਆ, ਪਰ ਇਹ ਚੇਤਾ ਰੱਖਣੀ ਦੁਨੀਆ ਦੇ ਪਿਆਰ ਵਿੱਚ ਜਿਉਣ ਵਾਲਿਆ, ਜਿਸ ਦਿਨ ਇਹ ਤੇਰਾ ਸਰੀਰ ਬਿਨਸੇਗਾ ਤੇ ਪਤਾ ਤੈਨੂੰ ਸੰਸਾਰ ਦੇ ਲੋਕ ਕੀ ਕਹਿਣਗੇ, ਜਿਨ੍ਹਾਂ ਦੀ ਖਾਤਰ ਤੂੰ ਹਮੇਸ਼ਾ ਧਰਮ ਤੋਂ ਆਪਣਾ ਮੂੰਹ ਮੋੜਿਆ, ਹਮੇਸ਼ਾ ਪਰਮਾਰਥ ਤੋਂ ਮੂੰਹ ਮੋੜਿਆ, ਹਮੇਸ਼ਾ ਗੁਰੂ ਦੀ ਗੱਲ ਮੰਨਣ ਤੋਂ ਆਪਣੇ ਆਪ ਨੂੰ ਇਨਕਾਰੀ ਕੀਤਾ। ਜਿਹੜੇ ਲੋਕਾਂ ਨੂੰ ਗੱਲ ਸਮਝ ਆ ਵੀ ਗਈ ਹੈ ਨਾ, ਕਦੇ ਉਹਨਾਂ ਨੂੰ ਵੀ ਕਹਿ ਕੇ ਵੇਖੋ ਭਾਈ ਸਾਹਿਬ ਜੀ ਅੰਮ੍ਰਿਤ ਛਕ ਲਓ, ਕਹਿੰਦੇ ਜੀ ਬਸ ਆ ਕਾਕਾ ਵਿਆਹ ਲਈਏ। ਵੀ ਪੁੱਛੋ ਜੀ ਕਾਕੇ ਦੇ ਵਿਆਹ ਨਾਲ ਤੁਹਾਡੇ ਅੰਮ੍ਰਿਤ ਦਾ ਕੀ ਸੰਬੰਧ ਹੈ? ਉਹਦਾ ਹੁੰਦਾ ਵੀ ਨਹੀਂ ਉਹ ਖਾ ਪੀ ਲਈਏ, ਖਵਾ ਪਿਆ ਲਈਏ। ਦੁਨੀਆਦਾਰੀ ਦੀ ਖਾਤਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਮੂਰਖਾ ਤੂੰ ਆਪਣੇ ਹੱਥੀਂ ਕੁਹਾੜਾ ਆਪਣੇ ਪੈਰਾਂ ਤੇ ਮਾਰ ਰਿਹਾ ਹੈ, ਕਿਉਂਕਿ ਜਿਨ੍ਹਾਂ ਦੀ ਖਾਤਰ ਤੂੰ ਦੀਨ ਗਵਾਉਣਾ ਹੈ ਅਸਲ ਵਿੱਚ ਇਹ ਲੋਕ ਤੇਰੇ ਨਾਲ ਨਿਭਣ ਵਾਲੇ ਨਹੀਂ। ਇਹਦਾ ਅਰਥ ਇਹ ਨਹੀਂ ਹੁੰਦਾ ਕਿ ਹਰ ਆਦਮੀ ਜਿਹੜਾ ਹੈ ਉਹ ਤੁਹਾਡੇ ਨਾਲ ਬੇਵਫਾਈ ਕਰੇਗਾ। ਮੈਂ ਕਹਿੰਦਾ ਤੁਹਾਡੇ ਨਾਲ ਵਫਾ ਵੀ ਕਰੇ, ਪਰ ਤੁਹਾਨੂੰ ਉਹਦੀ ਸੀਮਾ ਦਾ ਪਤਾ ਹੋਣਾ ਚਾਹੀਦਾ ਹੈ। ਮਾਂ ਵੱਧ ਤੋਂ ਵੱਧ ਕੀ ਵਫਾ ਕਰ ਸਕਦੀ ਹੈ, ਇਸਤਰੀ ਜਾਂ ਪਤੀ ਕੀ ਵਫਾ ਕਰ ਸਕਦਾ ਹੈ, ਭੈਣ ਭਰਾ ਤੁਹਾਡੇ ਨਾਲ ਕੀ ਵਫਾ ਕਰ ਸਕਦੇ ਨੇ। ਸੱਚ ਇਹ ਹੈ ਕਿ ਪਕੜ ਚਲਾਏ ਨਾ ਦੂਤ ਜਮ ਕਿਸੇ ਨਾ ਦੇਨੀ ਭੇਤ। ਜਦੋਂ ਜਮਦੂਤ ਆਉਣਗੇ ਤੈਨੂੰ ਪਕੜ ਕੇ ਲੈ ਜਾਣਗੇ, ਜਦੋਂ ਕੋਈ ਐਡਰੈਸ ਦੇ ਕੇ ਹੀ ਨਹੀਂ ਜਾਣਗੇ, ਜਦੋਂ ਕੋਈ ਕਲੂ ਮਿਲੇਗਾ ਹੀ ਨਹੀਂ ਵੀ ਉਹ ਤੈਨੂੰ ਕਿੱਥੇ ਲੈ ਗਏ ਨੇ, ਤੇ ਦੱਸ ਇਹ ਤੇਰੇ ਭੈਣ ਭਰਾ ਰਿਸ਼ਤੇਦਾਰ ਕੀ ਕਰ ਸਕਦੇ ਨੇ? ਕੁਝ ਵੀ ਨਹੀਂ। ਛੱਡ ਖੜੋਤੇ ਖਿਨੇ ਮਾਹੇ ਜਿਨ ਸੋ ਲੱਗਾ ਹੇਤ। ਅਖੀਰੋਂ ਬੇਬਸ ਹੋ ਕੇ ਹੱਥ ਜੋੜ ਕੇ ਜਦੋਂ ਭੋਗ ਪੈਂਦਾ ਹੈ, ਸਾਰੇ ਰਿਸ਼ਤੇਦਾਰ ਹੱਥ ਜੋੜ ਕੇ ਬੈਠੇ ਹੁੰਦੇ ਨੇ। ਤੇ ਮੈਂ ਹਮੇਸ਼ਾ ਬੇਨਤੀ ਕਰਦਾ, ਬਸ ਇਸ ਤੋਂ ਵੱਡਾ ਹੋਰ ਸੱਚ ਕੋਈ ਨਹੀਂ ਹੈ। ਇਹਨਾਂ ਦੇ ਜੁੜੇ ਹੱਥ ਇਹ ਦੱਸਦੇ ਨੇ ਕਿ ਜਿਸ ਠਾਕਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ। ਕਿਉਂਕਿ ਜੇ ਇਹਨਾਂ ਦੀ ਜਾਣ ਪਛਾਣ ਕੰਮ ਕਰਦੀ, ਇਹਨਾਂ ਦੀ ਪਹੁੰਚ ਕੰਮ ਕਰਦੀ, ਇਹਨਾਂ ਦੀ ਅਪਰੋਚ ਕੰਮ ਕਰਦੀ, ਇਹਨਾਂ ਦੀ ਸਿਫਾਰਿਸ਼ ਕੰਮ ਕਰਦੀ, ਜੇ ਇਹਨਾਂ ਦੇ ਘਰ ਦਾ ਪੈਸਾ ਕੰਮ ਕਰਦਾ, ਸ਼ਾਇਦ ਤੈਨੂੰ ਉੱਪਰੋਂ ਵਾਪਸ ਲੈ ਆਉਂਦੇ। ਉਹ ਚੀਜ਼ਾਂ ਧਰੀਆਂ ਧਰਾਈਆਂ ਰਹਿ ਗਈਆਂ। ਇਹਨੂੰ ਉਸੇ ਰੂਪ ਦੇ ਵਿੱਚ ਸਮਝਣਾ ਹੈ ਜਿਸ ਰੂਪ ਦੇ ਵਿੱਚ ਜਦੋਂ ਇੱਕ ਬੱਚੀ ਲਾਵਾਂ ਦੇ ਵਕਤ ਆਪਣੇ ਪਤੀ ਦਾ ਪੱਲਾ ਫੜਦੀ ਹੈ ਤੇ ਉਹਦੀ ਭਾਵਨਾ ਨੂੰ ਮੁੱਖ ਰੱਖ ਕੇ ਸਤਿਗੁਰੂ ਦੀ ਬਾਣੀ ਦਾ ਇੱਕ ਸ਼ਬਦ ਗੁਰੂ ਕੇ ਕੀਰਤਨੀਏ ਗਾਉਂਦੇ ਨੇ ਕਿ ਉਸਤਤ ਨਿੰਦਾ ਨਾਨਕ ਜੀ
की लोग उस्तत करते हैं, की लोग माड़ा कहते हैं। मैं हब वंजाई छोड़िया, हब किछ त्यागी, सबे साक कुड़ावे डिठे, तो पल्ले तैंडे लागी। पुछो भी धीए मुड़ के मां दे गल ला के तो नहीं रोएंगी, कदे बाप दे गल ला के मुड़ के मिलेंगी तो नहीं तू, तो कहेगी भी क्यों जी, मैनू तो मेरे मां बाप ने बड़े चावां नाल पाले है। कि तू उस घर विच जाके भैणां भरावां लई सुख तो नहीं मंगेगी? क्यों नहीं मंगांगी जी? मैं तो सुख दिन रात मंगांगी अपने मां प्यो की, अपने पेके परिवार की। ते भैणे फिर उदन शब्द क्यों पढ़िया, हबे सा कुड़ावे डिठे। इहदे बैलेंस नूं समझण दी लोड़ है। जदों सतगुरु पिता सानू समझाउंदे ने कि तू दूजियां दे नाल प्यार नहीं पाउणा, तो उहदा अर्थ यही हुंदा है कि दूजियां नाल तू अपना धर्म निभाउणा है। तेरियां जिहड़ियां ड्यूटियां जिम्मेवारियां ने वो तू निभाउणियां ने, पर एक गल दा ध्यान रखी कि किसी रिश्ते विच जाके तेरा दीन नहीं गवाचना चाहिए। जे दीन ठीक है तो दुनिया तेरी ठीक ही ठीक है, फिर की माड़ा है जी। तू परिवार प्रति कुछ करे, तू समाज प्रति कुछ करे, तू अपने धर्म पंथ दे प्रति, तू अपने मुल्क दे प्रति कुछ करे, ये तो बड़े माण वाली गल है। पर बशर्त तेरा दीन धर्म ठीक होना चाहिए। अंग्रेजां नूं ये गल समझ आई सी, सानू नहीं आई। अंग्रेजां ने जदों सिखां ते राज स्थापित कर लिया, तो उस वेले दे जदों असी सारे अज दे लिटरेचर पढ़ते हैं, उहदे विचों एक गल समझ आउंदी है कि इत्थे आके रूलिंग करन वालियां ने सब तो पहला सिक्खी की स्टडी की है। उन्होंने समझ आ गई कि जिहड़ा सिख अपने धर्म दे विच पक्का है वो ठीक है। और गुरमत प्रचार ट्रस्ट वाले फिरोजपुर वाले एक छोटे छोटे ट्रैक्ट छापते होंदे सी। जदों मैं धार्मिक विद्या पढ़नी शुरू की तो 25 पैसे का आउंदा हुंदा सी एक। उहदे विच बड़ियां सुंदर लिखतां हुंदियां सी। उहदे विच एक लिखत हुंदी सी कि कोई सरदार बच्चा, सिख बच्चा इंग्लैंड हीथरो एयरपोर्ट ते उतरदा है, ते उन्होंने कोई गोरा पूछता है भी तू इत्थे किवें आया है, बतौर टूरिस्ट आया है, घूमन आया है? वो कहता जी नहीं मैं तो जॉब वास्ते आया। तो कहता फिर जॉब तू मेरे कोल कर लै, क्योंकि ये जदों मैं पढ़िया है तो ये गल है 85-87 की। हो सकता है कि वह गोरा जिहड़ा है उन्हें जदों अंग्रेजों के इत्थे राज रहा है उस वेले इत्थे उन्हें भी नौकरी की होवे, वो भी इत्थे आया हो इंडिया विच। वो कहन लगा जी ठीक है मैं तुहाडे कोल नौकरी कर लेना। पर थोड़े दिन बीते, वो जिहड़ा सिख भरा सी वो तो रेगूलर हो गया। उन्हें अपनी दस्तार भी उतारती, अपने केस भी कटाते। हुण उस गोरे दा फैक्ट्री के मालिक का जन्मदिन आ गया, सारे मुलाजम उन्होंने विश करन गए, उहदे विच सरदार जी भी चले गए, पर अज उन्हें टोप पाया होया सी। जदों सारे उन्होंने कोई फुल दिंदे ने, कोई वधाई दिंदे ने, तो जदों इहदी वारी आउंदी है तो वह इहनूं सिर तो लैके पैरां तक वेखदा है, तो फिर इहनूं कहंदा भी तू रुक जा। बाकी सारियां तो वह वधाई कबूलदा है। जदों इहदी वारी आउंदी है तो कहंदा जी मैं भी तुहानूं वधाई देण आया। कहण लगा मैनूं तेरी वधाई नहीं चाहिदी ते ना ही मैनूं तेरी नौकरी चाहिदी है। तैनूं पता ही नहीं मैं तैनूं एयरपोर्ट ते नौकरी क्यों दे दित्ती सी, क्योंकि मैं इंडिया विच रह के आया तो मैनूं पता है कि जिहड़ा अपने धर्म दे विच पक्का सिख है
ਉਹ ਕਦੇ ਆਪਣੇ ਮਾਲਕ ਦੇ ਘਰ ਵਿੱਚ ਨਾ ਚੋਰੀ ਕਰ ਸਕਦਾ, ਨਾ ਬੇਵਫਾਈ ਕਰ ਸਕਦਾ। ਪਰ ਅੱਜ ਉਹਨਾਂ ਵੀਰਾਂ ਨੂੰ ਕੀ ਕਹੀਏ ਜਿਹੜੇ ਸਭ ਤੋਂ ਪਹਿਲਾਂ ਸਾਡਾ ਧਰਮ ਸਾਡੇ ਤੋਂ ਦੂਰ ਕਰਦੇ ਨੇ, ਤੇ ਫਿਰ ਕਹਿੰਦੇ ਨੇ ਜੀ ਇਹਨੇ ਹੇਰਾਫੇਰੀ ਕਰ ਲਈ, ਜਿਹਨੇ ਗੁਰੂ ਨਾਲ ਹੇਰਾਫੇਰੀ ਕਰ ਲਈ ਉਹ ਬੰਦਿਆ ਤੇਰੇ ਨਾਲ ਕਰਨ ਲੱਗਿਆ। ਉਹ ਕਿਸ ਗੱਲ ਤੋਂ ਡਰੇਗਾ? ਉਹਦੇ ਮਨ ਵਿੱਚ ਕੀ ਖੌਫ ਹੈ? ਅੱਜ ਬੱਚੀ ਦੇ ਰਿਸ਼ਤੇ ਵਾਸਤੇ ਜਦੋਂ ਜਾਓ ਪੁੱਛੋ, ਬੱਚਾ ਅੰਮ੍ਰਿਤਧਾਰੀ ਹੈ, ਜਿਹੜੇ ਬੱਚੇ ਨੇ ਗੁਰੂ ਨਾਲ ਕਮਿਟਮੈਂਟ ਕੀਤੀ ਹੈ ਤੇ ਨਿਭਾ ਰਿਹਾ ਹੈ, ਉਹ ਤੁਹਾਡੀ ਧੀ ਨਾਲ ਵੀ ਨਿਭਾ ਦੇਗਾ। ਤੇ ਜਿਸ ਗੁਰੂ ਨੇ ਸਾਰਾ ਕੁਝ ਬਖਸ਼ਿਆ, ਜਦੋਂ ਉਹਦੇ ਨਾਲ ਉਹਨੇ ਬੇਵਫਾਈ ਕਰ ਦਿੱਤੀ, ਤੇ ਤੁਸੀਂ ਸੋਚੋ ਵੀ ਸਾਡੇ ਨਾਲ ਉਹ ਵਫਾ ਕਰੇਗਾ? ਨਹੀਂ, ਇਹਦੀ ਆਸ ਨਾ ਕਰੋ। ਕੋ ਬਹੁਤੇ ਬੱਚੀ ਦੇ ਧੀ ਦੇ ਚੰਗੇ ਭਾਗ ਹੋਣ ਤੇ ਵੱਖਰੀ ਚੀਜ਼ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਕਿ ਜਦੋਂ ਪਤਾ ਹੀ ਨਹੀਂ ਕਿਸੇ ਨੂੰ, ਇਹ ਤੇਰੇ ਸੰਬੰਧੀ ਤੇਰਾ ਕੁਝ ਨਹੀਂ ਕਰ ਸਕਦੇ। ਸੰਬੰਧੀ ਚੰਗੇ ਵੀ ਹੋ ਸਕਦੇ ਨੇ, ਕਿਉਂਕਿ ਇਸੇ ਤੋਂ ਇੱਕ ਪ੍ਰਭਾਵ ਲੈ ਕੇ ਜੋਗੀ ਲੋਕ, ਉਦਾਸੀ ਲੋਕ, ਨਿਰਮਲੇ ਲੋਕ, ਉਹਨਾਂ ਨੇ ਗ੍ਰਸਤ ਨੂੰ ਛਟਿਆਉਣਾ ਸ਼ੁਰੂ ਕਰ ਦਿੱਤਾ, ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਨੇ ਫਿਰ ਇਸ ਨੂੰ ਪ੍ਰਵਾਨ ਕੀਤਾ, ਆਖਿਆ ਨਹੀਂ, ਇਹਦੇ ਵਿੱਚ ਮਾਂ-ਬਾਪ ਕਿਤੇ ਵੀ ਰੁਕਾਵਟ ਨਹੀਂ ਹੈਗੇ, ਪਤੀ ਪਤਨੀ ਤੇਰੇ ਕਿਤੇ ਵੀ ਇਹਦੇ ਵਿੱਚ ਰੁਕਾਵਟ ਨਹੀਂ ਹੈਗੇ, ਤੇਰੇ ਬੱਚੇ ਤੇਰੇ ਧਰਮ ਦੇ ਵਿੱਚ ਕਿਤੇ ਵੀ ਰੁਕਾਵਟ ਨਹੀਂ ਹੈਗੇ। ਤੂੰ ਇਸ ਭੁਲੇਖੇ ਵਿੱਚ ਨਾ ਪੈ। ਤੇਰੀ ਕਿਰਤ, ਤੇਰੀ ਜੌਬ, ਤੇਰਾ ਕਾਰੋਬਾਰ ਧਰਮ ਦੇ ਰਸਤੇ ਵਿੱਚ ਕਿਤੇ ਰੁਕਾਵਟ ਨਹੀਂ ਹੈਗਾ। ਔਰ ਸਾਡੇ ਕੋਲੇ ਉਦਾਹਰਨਾਂ ਨੇ ਭਾਈ ਮਨਸੁਖ ਦੀਆਂ, ਭਾਈ ਮੱਖਣ ਸ਼ਾਹ ਦੀਆਂ, ਕਿੱਡੇ ਕਿੱਡੇ ਵੱਡੇ ਅਮੀਰ ਸਿੱਖ ਹੋਏ। ਭਾਈ ਮਨਸੁਖ ਵਰਗਾ ਜਾ ਕੇ ਸ਼੍ਰੀ ਲੰਕਾ ਦੇ ਰਾਜੇ ਨੂੰ ਸਿੱਖ ਬਣਾਉਂਦਾ ਹੈ, ਆਪਣੀ ਸਿੱਖੀ ਦੇ ਸਿਦਕ ਵਿੱਚ। ਉਹਨੇ ਪੁੱਛਿਆ ਕਿ ਭਾਈ ਮਨਸੁਖ, ਤੇਰੇ ਵਪਾਰ ਵਿੱਚ ਇਤਨੀ ਪਾਰਦਰਸ਼ਤਾ, ਤੇਰੇ ਵਪਾਰ ਵਿੱਚ ਇਤਨੀ ਸਪਸ਼ਟਤਾ ਕਿ ਕੋਈ ਤੇਰੀ ਵਸਤੂ ਦੇ ਵਿੱਚ ਮਿਲਾਵਟ ਨਹੀਂ, ਕੋਈ ਤੇਰੇ ਲੈਣ ਦੇਣ ਦੇ ਵਿੱਚ ਫਰਕ ਨਹੀਂ, ਕੋਈ ਹੇਰਾ ਫੇਰੀ ਨਹੀਂ, ਕੋਈ ਚੋਰ ਚਕਾਰੀ, ਚੋਰ ਬਜ਼ਾਰੀ ਨਹੀਂ। ਤਾਂ ਉਹਨੇ ਇਹ ਨਹੀਂ ਸੀ ਆਖਿਆ ਵੀ ਅਸੀਂ ਤਾਂ ਜੀ ਬਾਜ਼ਾਰ ਦੇ ਵਿੱਚ ਦਾਦੇ ਪੜਦਾਦਿਆਂ ਤੋਂ 200 ਸਾਲ ਤੋਂ ਬੈਠੇ ਆ। ਉਹਨੇ ਇੱਕੋ ਗੱਲ ਕਹੀ ਸੀ, ਬਸ ਇਹ ਇਸ ਕਰਕੇ ਹੈ ਕਿਉਂਕਿ ਮੇਰਾ ਗੁਰੂ ਗੁਰੂ ਨਾਨਕ ਹੈ। ਮੈਂ ਫਿਰ ਬੇਨਤੀ ਕਰਾਂ, ਭਰਮ ਦੇ ਵਿੱਚ ਪੈ ਕੇ ਮਨੁੱਖ ਦੂਜੇ ਪਿਆਰ ਵਿੱਚ ਪੈਂਦਾ ਹੈ, ਤੇ ਦੂਜਾ ਪਿਆਰ ਕੀ? ਉਹ ਸੰਸਾਰ ਦਾ, ਪਰਿਵਾਰ ਦਾ। ਸਤਿਗੁਰੂ ਕਹਿੰਦੇ ਨੇ ਪਰ ਇੱਕ ਗੱਲ ਚੇਤਾ ਰੱਖੀ, ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕਹਿਸਣ ਪ੍ਰੇਤ। ਸਭ ਤੋਂ ਪਹਿਲਾਂ ਤੈਨੂੰ ਭੂਤ ਇਹੋ ਹੀ ਕਹਿਣਗੇ, ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹਦੀ ਮਜਬੂਰੀ ਹੈ। ਇਹ ਦੁਨਿਆਵੀ ਰਿਸ਼ਤੇ ਦਾ ਸੱਚ ਇੰਨਾ ਹੀ ਹੈ ਕਿ ਇਹ ਜੀਵਤ ਲੋ ਵਿਵਹਾਰ ਹੈ। ਇਹ ਜਿੰਨਾ ਚਿਰ ਤੂੰ ਜਿਉਂਦਾ ਹੈ ਉਹਨਾਂ ਚਿਰ ਹੈਗਾ, ਜਿੱਦਨ ਇਹ ਤੂੰ ਮਰ ਗਿਆ ਇਹ ਸਭ ਕੁਝ ਉਸੇ ਵੇਲੇ ਖਤਮ ਹੋ ਜਾਣਾ। ਛੱਡ ਖੜੋਤੇ ਖਿਨੇ ਮਾਹੇ ਜਿਨਸਿਓ ਲੱਗਾ ਹੇਤ, ਕਿਉਂਕਿ ਜਮਦੂਤ ਫੜ ਕੇ ਲੈ ਗਏ, ਐਡਰੈਸ ਦੇ ਕੇ ਕੋਈ ਨਹੀਂ ਗਏ। ਹੁਣ ਇਹ ਭੈਣ ਭਰਾ, ਇੱਕ ਤੇਰੇ ਸੱਖੇ ਸੰਬੰਧੀ, ਰਿਸ਼ਤੇਦਾਰ, ਦੋਸਤ ਮਿੱਤਰ ਕੀ ਕਰ ਸਕਦੇ ਨੇ? ਹੁਣ ਇਹਨਾਂ ਦੇ ਵੱਸ ਵਿੱਚ ਕੁਝ ਵੀ ਨਹੀਂ। ਹੱਥ ਮਰੋੜੇ ਤਨ ਕਪੈ, ਸਿਆਹੋ ਹੋਆ ਸੇਤ। ਪਰ ਚੇਤਾ ਰੱਖੀ, ਤੇਰਾ ਸਰੀਰ ਮਰੋੜੇ ਖਾਏਗਾ, ਬੜੀ ਪੀੜਾ ਦੇ ਵਿੱਚੋਂ ਲੰਘੇਗਾ। ਇਹ ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ। ਉਹ ਮੌਤ ਦਾ ਸਮਾਂ ਕੋਈ ਬਹੁਤਾ ਸੌਖਾ ਨਹੀਂ ਹੁੰਦਾ। ਫਿਰ ਕੀ ਹੋਵੇਗਾ? ਸਿਆਹੋ ਹੋਆ ਸੇਤ, ਇਹ ਰੰਗ ਕਾਲੀ ਪਾ ਤੋਂ ਚਿੱਟੇ ਵਿੱਚ ਤਬਦੀਲ ਹੋ ਜਾਏਗਾ। ਪਰ ਇਹ ਚੇਤਾ ਰੱਖੀ, ਜਿਹਾ ਬੀਜੈ ਸੋ ਲੋਣਾ,
ਕਰਮਾ ਸੰਧੜਾ ਖੇਤ। ਜੋ ਤੂੰ ਬੀਜਿਆ ਫਸਲ ਉਹੀ ਕੱਟਣੀ ਪਵੇਗੀ, ਫਲ ਉਹੀ ਭੋਗਣੇ ਪੈਣਗੇ। ਇਹ ਜੀਵਨ ਕਰਮਾਂ ਰੂਪੀ ਖੇਤੀ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਕਿ ਜਿਹੜੇ ਉਹ ਤੁਸੀਂ ਮੱਥੇ ਦੇ ਕਰਮ ਪੁੱਛਦੇ ਹੋ, ਜਿਹੜੀਆਂ ਤੁਸੀਂ ਹਸਤ ਰੇਖਾ ਪੁੱਛਦੇ ਹੋ, ਜਿਹੜੇ ਤੁਸੀਂ ਜਾ ਕੇ ਜੋਤਸ਼ੀਆਂ ਕੋਲੋਂ ਤੁਸੀਂ ਆਪਣੇ ਰਾਸ਼ੀ ਫਲ ਪੁੱਛਦੇ ਹੋ, ਉਹ ਕੀ ਨੇ? ਕਦੇ ਪਤਾ ਕੀਤਾ ਵੀ ਉਹ ਬਣਦੇ ਕਿਵੇਂ ਨੇ? ਮੰਨ ਵੀ ਲਿਆ ਜਾਏ ਕਿ ਉਹਨਾਂ ਵਿੱਚ ਕੋਈ ਹੱਕ ਸੱਚਾਈ ਹੈ, ਪਰ ਇਹ ਚੇਤਾ ਰੱਖਣਾ ਵੀ ਉਹ ਕਰਮ ਵੀ ਤੇਰੇ ਕਰਮਾਂ ਤੋਂ ਬਣਨੇ ਨੇ। ਤੇਰੇ ਚੰਗੇ ਕਰਮ ਤੇਰੇ ਅੱਗੋਂ ਕਰਮ ਚੰਗੇ ਕਰਨਗੇ, ਤੇਰੇ ਮਾੜੇ ਕਰਮ ਤੇਰੇ ਕਰਮ ਵੀ ਮਾੜੇ ਕਰਨਗੇ। ਤੇਰੇ ਚੰਗੇ ਕੰਮ ਤੇਰੇ ਕਰਮ ਚੰਗੇ ਬਣਾਉਣਗੇ, ਤੇਰੇ ਮਾੜੇ ਕੰਮ ਤੇਰੇ ਕਰਮ ਵੀ ਮਾੜੇ ਬਣਾਉਣਗੇ। ਜਿਹਦੇ ਕੰਮ ਮਾੜੇ ਨੇ ਉਹਦੇ ਕਰਮ ਕਿਵੇਂ ਚੰਗੇ ਹੋ ਸਕਦੇ ਨੇ ਜੀ? ਤੇ ਜਿਹਦੇ ਕੰਮ ਚੰਗੇ ਨੇ ਉਹਦੇ ਕਰਮ ਕਦੇ ਮਾੜੇ ਨਹੀਂ ਹੋ ਸਕਦੇ, ਉਹਦੇ ਤਾਂ ਕਰਮ ਚੰਗੇ ਹੀ ਚੰਗੇ ਨੇ। ਜਿਹਨੇ ਸਾਰੀ ਉਮਰ ਧਰਮ ਬੀਜਣਾ ਹੈ, ਜਿਹਨੇ ਸਾਰੀ ਉਮਰ ਧਰਮ ਕਮਾਉਣਾ ਹੈ, ਉਹਦੇ ਕਰਮ ਕਦੇ ਮਾੜੇ ਨਹੀਂ ਹੋ ਸਕਦੇ। ਜਿਹਾ ਬੀਜੈ ਸੋ ਲੋਣਾ, ਕਰਮਾ ਸੰਧੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਪੰਜਵੇਂ ਪਾਤਸ਼ਾਹ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਦਾ ਨਾਮ ਦਰਜ ਕਰਕੇ ਸਾਨੂੰ ਉਪਦੇਸ਼ ਕਰਦੇ ਨੇ, ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆ ਜਾਏਗਾ ਉਹਨੂੰ ਪ੍ਰਭੂ ਇਸ ਭਵ ਸਾਗਰ ਤੋਂ ਤਰਨ ਵਾਸਤੇ ਇੱਕ ਬੇੜਾ ਦੇਵੇਗਾ। ਜਿਸ ਬੇੜੇ ਦੇ ਵਿੱਚ ਬੈਠ ਕੇ ਅਸੀਂ ਇਸ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਾਂ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ ਉਹ ਇਸ ਮਹੀਨੇ ਦੇ ਵਿੱਚ ਕਦੇ ਨਰਕਾਂ ਦਾ ਅਧਿਕਾਰੀ ਨਹੀਂ ਬਣੇਗਾ। ਕਿਉਂ? ਗੁਰ ਰੱਖਣ ਵਾਲਾ ਹੇਤ। ਗੁਰੂ ਦਾ ਪਿਆਰ ਉਹਨੂੰ ਰੱਖ ਲਵੇਗਾ। ਦੁਨੀਆ ਦਾ ਪਿਆਰ ਡੋਬਦਾ ਹੈ ਭਾਈ, ਗੁਰੂ ਦਾ ਪਿਆਰ ਕਦੇ ਨਹੀਂ ਡੋਬੇਗਾ। ਗੁਰੂ ਦੇ ਪਿਆਰ ਵਿੱਚ ਜੀਵਾਂਗੇ, ਸਤਿਗੁਰੂ ਪਰਮਾਰਥ ਦਾ ਮਾਰਗ ਬਖਸ਼ਣਗੇ ਸਾਨੂੰ। ਸਾਡੀ ਲੋਕ ਵਿੱਚ ਪਰਲੋਕ ਵਿੱਚ ਸਤਿਗੁਰੂ ਸਾਡੀ ਪੱਤ ਰੱਖਣਗੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰ ਰੱਖਣ ਵਾਲਾ ਹੇਤ। ਗੁਰੂ ਦਾ ਪਿਆਰ, ਦੁਨੀਆ ਦਾ ਪਿਆਰ ਸਾਨੂੰ ਜਮਾਂ ਦੇ ਵਸ ਪਾ